ਪੰਜਾਬ ਜੀਕੇ ਦੇ ਬਾਰੇ ਮੈਂ ਤੁਹਾਡੇ ਨਾਲ ਕਈ ਵਾਰ ਡਿਸਕਸ ਕੀਤਾ ਔਰ ਉਹਦਾ ਸਿਲੇਬਸ ਜਿਵੇਂ ਤੁਸੀਂ ਦੇਖਦੇ ਹੋ ਕਿ ਪੰਜਾਬੀ ਵਾਲਾ ਪਾਰਟ A ਉਹਦੇ ਵਿੱਚ ਵੀ ਹੈ। ਉਹਦੇ ਵਿੱਚ ਕੀ ਆ ਜਾਂਦਾ, ਜੀਵਨੀ ਰਚਨਾਵਾਂ ਗੁਰੂ ਨਾਨਕ ਨਾਲ ਸੰਬੰਧਿਤ ਪ੍ਰਸ਼ਨ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਸਾਹਿਬਾਨ ਦੇ ਨਾਲ ਜਿਹੜੇ ਸੀ ਸੰਬੰਧਿਤ ਪ੍ਰਸ਼ਨ ਨੇ ਉਹ ਆ ਜਾਣਗੇ। ਦੂਜਾ ਪਾਰਟ ਜਿਹੜਾ ਹੈ ਦੈਟ ਇਜ਼ ਪੰਜਾਬ ਹਿਸਟਰੀ ਐਂਡ ਕਲਚਰ, ਜਿਹਦੇ ਚ 16 ਕੁਐਸਚਨ ਆਣੇ ਨੇ। ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੋਰ ਕਿਹੜੀ ਚੀਜ਼ਾਂ ਨੇ ਜਿਹੜੀਆਂ ਕਿ ਕਾਮਨ ਆ ਜਾਂਦੀਆਂ ਨੇ। ਸੋ ਜਦੋਂ ਆਪਾਂ ਇੱਥੇ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਵੀ ਜਿਹੜਾ ਸੀਗਾ ਨਾਲ ਆ ਜਾਂਦਾ ਸਿੱਖ ਗੁਰੂਸ, ਠੀਕ ਹੈ ਜੀ, ਸਿੱਖ ਗੁਰੂਸ ਐਂਡ ਸੇਂਟਸ ਤੇ ਉਹਨਾਂ ਦੀਆਂ ਟੀਚਿੰਗ ਦੇ ਹਿਸਟਰੀ, ਉਹਨਾਂ ਬਾਰੇ ਗੱਲ ਆ ਜਾਂਦੀ ਹੈ। ਔਰ ਨਾਲ ਹੀ ਆਪਾਂ ਗੱਲ ਕਰਦੇ ਹਾਂ ਇੱਥੇ ਕਿ ਸੋਸ਼ਲ ਤੇ ਕਲਚਰ ਬਾਰੇ ਵੀ ਗੱਲ ਆ ਜਾਂਦੀ ਹੈ। ਸੋ ਔਰ ਇਹਦੇ ਨਾਲ ਆਪਾਂ ਦੇਖੀਏ ਕਿ ਜਿਹੜਾ ਪਾਰਟ B ਦੇ ਵਿੱਚ ਕੱਲਾ ਜਿਹੜਾ ਜਨਰਲ ਅਵੇਅਰਨੈਸ ਹੈ, ਜਨਰਲ ਸਾਇੰਸ, ਜਨਰਲ ਨੌਲੇਜ ਦਾ ਪੇਪਰ ਹੈ, ਉਹਦੇ ਵਿੱਚ ਵੀ ਲਿਖਿਆ ਹੋਇਆ ਹਿਸਟਰੀ ਆਫ ਪੰਜਾਬ 14th ਸੈਂਚੁਰੀ ਔਨਵਰਡਸ। ਉਹਦੇ ਵਿੱਚ ਕੀ ਆ ਜਾਂਦਾ ਤੁਹਾਡਾ ਇਹ 14th ਸੈਂਚੁਰੀ ਔਨਵਰਡਸ, ਉਹਦੀ ਹਿਸਟਰੀ ਵੀ ਆ ਜਾਂਦੀ ਹੈ। ਸੋ ਹੁਣ ਕਈ ਚੀਜ਼ਾਂ ਇਹਦੇ ਵਿੱਚ ਕਾਮਨ ਹੋ ਗਈਆਂ। ਉਹ ਕਾਮਨ ਚੀਜ਼ਾਂ ਅੱਜ ਆਪਾਂ ਕੁਝ ਡਿਸਕਸ ਕਰਦੇ ਹਾਂ ਔਰ ਦੇਖਦੇ ਹਾਂ ਕਿ ਉਹਦੇ ਨਾਲ ਆਪਾਂ ਇਸ ਪਾਰਟ ਨੂੰ ਵੀ ਕਵਰ ਕਰਦੇ ਹਾਂ, 14th ਸੈਂਚੁਰੀ ਵਾਲਾ ਪਾਰਟ ਉਹਨੂੰ ਵੀ ਕਵਰ ਕਰਦੇ ਹਾਂ ਔਰ ਇਸ ਚੀਜ਼ ਨੂੰ ਵੀ ਕਵਰ ਕਰਦੇ ਹਾਂ। ਔਰ ਦੂਜੀ ਇੱਕ ਇੰਪੋਰਟੈਂਟ ਗੱਲ ਜਿਹੜੀ ਕਿ ਹੁਣ ਥੋੜੀ ਜਿਹੀ ਹੋਰ ਨਿਕਲ ਕੇ ਆ ਰਹੀ ਹੈ, ਉਹ ਇਹ ਹੈ ਕਿ ਡਿਪਾਰਟਮੈਂਟਸ ਜਾਂ ਆਰਗੇਨਾਈਜੇਸ਼ਨਸ ਇਹ ਸੋਚ ਰਹੀਆਂ ਨੇ ਕਿ ਪਹਿਲਾਂ ਜਿੰਨੇ ਵੀ ਪੇਪਰ ਹੋਇਆ ਕਰਦੇ ਸੀਗੇ ਉਹ ਹੋਇਆ ਕਰਦੇ ਸੀ ਅੰਡਰ ਗ੍ਰੈਜੂਏਟਸ ਦੇ, ਖਾਸ ਤੌਰ ਤੇ ਜਿੰਨੀ ਕਲੈਰੀਕਲ ਪੋਸਟਿੰਗ ਹੁੰਦੀ ਸੀ ਉਹ ਅੰਡਰ ਗ੍ਰੈਜੂਏਟ ਲੈਵਲ ਤੇ ਹੋਇਆ ਕਰਦੀ ਸੀਗੀ। ਅੱਜ ਦੀ ਤਾਰੀਖ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਰਿਕਰੂਟਮੈਂਟ ਹੋ ਰਹੀ ਹੈ ਉਹ ਗ੍ਰੈਜੂਏਟ ਲੈਵਲ ਤੇ ਹੋ ਰਹੀ ਹੈ। ਜੇ ਗ੍ਰੈਜੂਏਟ ਲੈਵਲ ਤੇ ਹੋ ਰਹੀ ਹੈ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਇਹਦਾ ਮਤਲਬ ਲੈਵਲ ਆਫ ਕੁਐਸਚਨਸ ਵਿਲ ਬੀ ਐਟ ਦਾ ਗ੍ਰੈਜੂਏਟ ਲੈਵਲ ਆਲਸੋ, ਠੀਕ ਹੈ ਜੀ। ਸੋ ਚਲੋ ਆਪਾਂ ਦੇਖਦੇ ਹਾਂ ਕਿ ਜਿਹੜੀ ਗੱਲ ਮੈਂ ਤੁਹਾਡੇ ਨਾਲ ਅੱਜ ਸ਼ੁਰੂ ਕਰਨ ਲੱਗਿਆ ਉਹਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਹਿਸਟਰੀ ਆਫ ਪੰਜਾਬ, ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪੀਰੀਅਡ, ਗੁਰੂ ਨਾਨਕ ਦੇਵ ਜੀ ਦਾ ਪੀਰੀਅਡ ਜਿਹੜਾ ਸੀਗਾ ਉਸ ਵੇਲੇ ਕਿਹੜੇ ਪੰਜਾਬ ਦੇ ਹਾਲਾਤ ਸੀਗੇ, ਕਿਉਂਕਿ ਜੇ ਮੈਂ ਤੁਹਾਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਵਾਲੇ ਪੰਜਾਬ ਪੇਪਰ A 'ਚ ਵੀ ਆਉਣਾ ਹੈ, ਪੇਪਰ B ਦੇ ਵਿੱਚ ਵੀ ਆਉਣਾ ਹੈ ਔਰ 14th ਸੈਂਚੁਰੀ ਔਨਵਰਡ ਉਹਦੇ ਵਿੱਚ ਵੀ ਜਿਹੜੀ ਸੀ ਇਹ ਚੀਜ਼ ਕਵਰ ਹੋ ਜਾਂਦੀ ਹੈ। ਸੋ ਆਪਾਂ ਜਿਹੜਾ ਪੀਰੀਅਡ ਕਵਰ ਕਰਨ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਦਾ ਪੀਰੀਅਡ ਹੈ ਉਹਦੇ ਦੇਖਦੇ ਕੀ ਹੁੰਦਾ ਹੈ ਔਰ ਉਹਦੇ ਨਾਲ ਹੀ ਸਿੱਖ ਗੁਰੂਜ਼ ਉਹਨਾਂ ਦੀ ਲਾਈਫ ਹਿਸਟਰੀ ਟੀਚਿੰਗਸ ਉਸ ਚੀਜ਼ ਬਾਰੇ ਵੀ ਗੱਲ ਕਰਾਂਗੇ ਔਰ ਗੱਲ ਕਰਾਂਗੇ ਨਾਲੇ ਸੋਸ਼ਲ ਐਂਡ ਕਲਚਰ ਉਹ ਡਿਊਰਿੰਗ ਦਾ ਅਫਗਾਨ ਐਂਡ ਮੁਗਲ ਰੂਲ ਉਹਦੇ ਬਾਰੇ ਵੀ, ਕਿਉਂਕਿ ਜਦੋਂ ਆਪਾਂ ਹਿਸਟਰੀ ਦਾ ਇੱਕ ਪਾਰਟ ਕਰਨ ਲੱਗੇ ਹਾਂ ਤਾਂ ਉਸ ਪਾਰਟ ਦੇ ਨਾਲ ਜਿਹੜੀ ਚੀਜ਼ਾਂ ਸੰਬੰਧਿਤ ਹੈਗੀਆਂ ਨੇ ਉਹਨਾਂ ਨੂੰ ਇਕੱਠੇ ਆਪਾਂ ਡੀਲ ਕਰਦੇ ਹਾਂ। ਸੋ ਆਪਾਂ ਦੇਖਦੇ ਹਾਂ ਆਪਣੇ ਕੋਲ ਜਿਹੜੀ ਸੀਗੀ ਸਲਾਈਡ ਕਿਹੜੀ ਆਉਂਦੀ ਪਈ ਹੈ ਇੱਥੇ ਕਿ ਹਾਲਾਤ ਕਿਸ ਤਰ੍ਹਾਂ ਦੇ ਸੀਗੇ, ਪੰਜਾਬ ਦੇ ਹਾਲਾਤ ਕੀ ਸੀਗੇ। ਇਹ ਥੋੜੀ ਜਿਹੀ ਸਲਾਈਡ ਕਿਤੇ ਹਿੱਲੀ ਹੋਈ ਹੈ ਪਰ ਨਾਲ ਇੱਥੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਪੰਜਾਬ ਦੇ ਉਸ ਵੇਲੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਤਾਂ ਉਸ ਵੇਲੇ ਪੰਜਾਬ ਦੇ ਹਾਲਾਤ ਸੀ ਤਾਂ ਕਿਹੜੇ ਹਾਲਾਤ ਸੀਗੇ, ਠੀਕ ਹੈ ਜੀ। ਸੋ ਆਪਾਂ ਦੇਖੀਏ ਜਿਹੜੀ ਆਪਣੀ ਬੁੱਕਸ ਹੈਗੀਆਂ ਨੇ ਉੱਥੇ ਇਹੀ ਲਿਖਿਆ ਹੋਇਆ ਕਿ ਪੰਜਾਬ ਦੇ ਜਾਂ ਦੇਸ਼ ਦੇ ਹਾਲਾਤ ਮਾੜੇ ਸੀਗੇ, ਲੋਕਾਂ ਦੀ ਨੈਤਿਕਤਾ ਜਿਹੜੀ ਸੀਗੀ ਉਹ ਵੀ ਬਹੁਤ ਗਿਰ ਚੁੱਕੀ ਸੀਗੀ ਔਰ ਅੰਧ ਵਿਸ਼ਵਾਸ ਜਿਹੜਾ ਸੀਗਾ ਬਹੁਤ ਫੈਲਿਆ ਹੋਇਆ ਸੀਗਾ। ਇਸ ਇਸ਼ੂ ਨੂੰ ਆਪਾਂ ਥੋੜਾ ਡਿਟੇਲ ਦੇ ਚ ਅੱਗੇ ਹੋਰ ਦੇਖਾਂਗੇ ਔਰ ਉਹਨੂੰ ਧਿਆਨ ਕਰਦੇ ਆਪਾਂ ਇਹ, ਪਰ ਪਹਿਲਾਂ ਆਪਾਂ ਇਹ ਆ ਜਾਈਏ ਇਸ ਵੇਲੇ ਕਿ ਇਸ ਵੇਲੇ ਪੰਜਾਬ ਦੇ ਉੱਤੇ ਜਾਂ ਹਿੰਦੁਸਤਾਨ ਦੇ ਉੱਤੇ ਕਿਸ ਦਾ ਰਾਜ ਪਾਠ ਚੱਲ ਰਿਹਾ ਸੀ। ਕਿਉਂਕਿ ਪੰਜਾਬ ਜੀਕੇ ਵਾਲਾ ਪਾਰਟ ਇੱਥੇ ਆ ਜਾਂਦਾ ਇਹ, ਤਾਂ ਪਹਿਲਾਂ ਤਾਂ ਸਾਨੂੰ ਇਹੀ ਪਤਾ ਹੋਣਾ ਚਾਹੀਦਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੁੰਦਾ ਹੈ ਤਾਂ ਉਸ ਵੇਲੇ ਹਿੰਦੁਸਤਾਨ ਦੇ ਉੱਤੇ ਕਿਹਦਾ ਰਾਜ ਚੱਲ ਰਿਹਾ ਸੀਗਾ। ਤਾਂ ਆਪਾਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਆਗਮਨ ਕਦੋਂ ਹੋਇਆ, ਉਹ ਤੁਸੀਂ ਜਾਣਦੇ ਹੀ ਹੋ ਕਿ 1469 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ। ਉਸ ਵੇਲੇ ਹਿੰਦੁਸਤਾਨ ਦੇ ਉੱਤੇ ਕਿਹਦਾ ਰਾਜ ਸੀਗਾ, ਉਸ ਵੇਲੇ ਹਿੰਦੁਸਤਾਨ ਤੇ ਬਹਿਲੋਲ ਲੋਧੀ ਦਾ ਰਾਜ ਸੀਗਾ। 1451 ਦੇ ਵਿੱਚ ਬਹਿਲੋਲ ਲੋਧੀ ਜਿਹੜਾ ਸੀਗਾ ਉਹ ਹਿੰਦੁਸਤਾਨ ਦਾ ਆਪਾਂ ਕਹਿੰਦੇ ਸੁਲਤਾਨ ਬਣਿਆ, ਬਾਦਸ਼ਾਹ ਬਣਿਆ, ਐਮਪਰਰ ਬਣਿਆ, ਆਪਾਂ ਇਹ ਕਹਿ ਸਕਦੇ ਹਾਂ। ਸੋ ਇਹ ਜਦੋਂ ਕਹਿੰਦੇ 1451 ਤਾਂ ਨਾਲ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ 14ਵੀਂ ਸਦੀ ਜਿਹੜੀ ਹੈ 1451 ਜਿਹੜਾ ਹੈਗਾ ਇਹਨੂੰ 15ਵੀਂ ਸਦੀ ਕਿਹਾ ਜਾਂਦਾ। 1401 ਤੋਂ ਲੈ ਕੇ ਸਨ 1500 ਤੱਕ ਉਸ ਨੂੰ ਆਪਾਂ 15ਵੀਂ ਸਦੀ ਕਹਾਂਗੇ। ਪੰਜਾਬ ਦੀ ਹਿਸਟਰੀ ਜਿਹੜੀ ਤੁਸੀਂ ਪੜ੍ਹਨੀ ਹੈ, ਜਿਹੜੀ ਕਿ ਜਨਰਲ ਨੌਲੇਜ ਵਾਲੇ ਪੇਪਰ 'ਚ ਲਿਖੀ ਗਈ ਹੈ ਔਰ ਉੱਥੋਂ ਤੁਹਾਨੂੰ 25 ਕੁਐਸਚਨ ਟੋਟਲ ਆਉਣੇ ਨੇ, ਉਹੀ ਇਕਨੋਮੀ ਦੇ ਵਿੱਚੋਂ, ਪੋਲਿਟੀ ਦੇ ਵਿੱਚੋਂ, ਹਿਸਟਰੀ ਦੇ ਵਿੱਚੋਂ, ਉਹਦੇ ਵਿੱਚ ਲਿਖਿਆ ਹੋਇਆ ਪੰਜਾਬ 14th ਸੈਂਚੁਰੀ ਔਨਵਰਡਸ। ਤੋਂ ਛੋਟੀ ਜੀ ਗੱਲ ਮੈਂ ਇੱਥੇ ਕਰਾਂਗਾ ਕਿਉਂਕਿ ਮੈਂ ਉਹ ਵਾਲੀ ਹਿਸਟਰੀ ਤੁਹਾਡੇ ਨਾਲ ਅੱਜ ਡਿਸਕਸ ਨਹੀਂ ਕਰਨ ਲੱਗਿਆ ਕਿ 14th ਸੈਂਚੁਰੀ ਦੇ ਵਿੱਚ ਪੰਜਾਬ ਦੇ ਉੱਤੇ ਜਾਂ ਹਿੰਦੁਸਤਾਨ ਤੇ ਕਿਹਦਾ ਰਾਜ ਸੀਗਾ। ਤਾਂ 14th ਸੈਂਚੁਰੀ 'ਚ ਆਪਾਂ ਦੇਖਦੇ ਹਾਂ ਕਿ ਉਸ ਵੇਲੇ 1290 ਕਿਹੜੀ ਈਸਵੀ ਹੋ ਗਈ, ਇਹ ਹੋ ਗਈ 13ਵੀਂ ਈਸਵੀ ਹੋ ਗਈ। 1290 ਜਿਹੜੀ ਈਸਵੀ ਹੋ ਗਈ ਉਹ 13ਵੀਂ ਈਸਵੀ ਹੋ ਗਈ ਔਰ 1290 ਦੇ ਵਿੱਚ ਖਲਜੀ ਡਾਇਨੈਸਟੀ ਜਿਹੜੀ ਸੀਗੀ ਉਹ ਐਸਟੈਬਲਿਸ਼ ਹੋ ਜਾਂਦੀ ਹੈ, ਜਿਹਦੇ ਚ ਜਲਾਲੂਦੀਨ ਖਲਜੀ ਔਰ ਉਸ ਤੋਂ ਬਾਅਦ ਉਹਦਾ ਭਤੀਜਾ ਅਲਾਉਦੀਨ ਖਿਲਜੀ ਉਹ ਰਾਜ ਕਰਦਾ ਹੈ। ਔਰ ਆਪਾਂ ਦੇਖਦੇ ਹਾਂ ਕਿ 1320 ਤੱਕ ਜਿਹੜਾ ਸੀਗਾ ਅਲਾਉਦੀਨ ਖਲਜੀ ਦਾ ਰਾਜ ਹੁੰਦਾ। 1320 ਤੋਂ ਲੈ ਕੇ 1410 ਤੱਕ ਜਿਹੜਾ ਰਾਜ ਹੁੰਦਾ ਉਹ ਤੁਗਲਕ ਡਾਇਨੈਸਟੀ ਦਾ ਹੁੰਦਾ ਔਰ
1410 ਤੋਂ ਲੈ ਕੇ ਜਿਹੜਾ ਆਪਾਂ ਦੇਖਦੇ ਹਾਂ ਫਿਰ ਆਪਣਾ 1451 ਤੱਕ ਜਿਹੜਾ ਰਾਜ ਹੁੰਦਾ ਹੈ ਉਹ ਹੁੰਦਾ ਸੈयद ਡਾਇਨੈਸਟੀ ਦਾ ਹੁੰਦਾ ਹੈ। ਔਰ ਸੈयद ਡਾਇਨੈਸਟੀ ਦਾ ਆਖਰੀ ਰਾਜਾ ਜਿਹੜਾ ਸੀਗਾ ਉਹ ਸੀਗਾ ਅਲਾਉਦੀਨ ਸੈयद। ਉਹ ਆਪਣੇ ਆਪ ਦੇ ਵਿੱਚ ਆਪਣੇ ਆਪ ਆਪਣੀ ਗੱਦੀ ਤਿਆਗ ਕੇ ਜਿਹੜਾ ਸੀਗਾ ਉਹ ਚਲਾ ਜਾਂਦਾ ਹੈ। ਔਰ ਹਿੰਦੁਸਤਾਨ ਦਾ ਬਾਦਸ਼ਾਹ ਬਹਿਲੋਲ ਲੋਧੀ ਜਿਹੜਾ ਕਿ ਸਰਹੰਦ ਦਾ ਸੂਬੇਦਾਰ ਸੀ, ਕਿੱਥੇ ਦਾ ਸੂਬੇਦਾਰ ਸੀਗਾ? ਸਰਹੰਦ ਦਾ ਸੂਬੇਦਾਰ ਸੀਗਾ। ਉਸ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਕੇ ਜਿਹੜਾ ਸੀਗਾ ਆਪ ਉਹ ਗੱਦੀ ਛੱਡ ਕੇ ਚਲਾ ਜਾਂਦਾ। ਸੋ ਦੈਟ ਮੀਨਸ ਕਿ ਬਹਿਲੋਲ ਲੋਧੀ ਜੀ ਆ ਗਏ 1450 ਜਾਂ 51 ਨਾ, ਇਹ ਬੇਸਿਕਲੀ ਕਈ ਜਗ੍ਹਾ ਤੁਹਾਨੂੰ 1450 ਮਿਲੇਗਾ, ਕਈ ਜਗ੍ਹਾ ਤੇ 1451 ਮਿਲੇਗੀ, ਠੀਕ ਹੈ ਜੀ, ਕਿਉਂਕਿ ਡੇਟਾ ਕਿਤੇ ਐਗਜ਼ੈਕਟਲੀ ਕਨਫਰਮ ਨਹੀਂ ਹੁੰਦੀਆਂ। ਔਰ ਆਪਾਂ ਇਹ ਵੀ ਦੇਖੀਏ ਕਿ ਇਹਨਾਂ ਦੌਰਾਨ ਉਸ ਤੋਂ ਬਾਅਦ ਕਿਤੇ ਸਾਲਾਂ ਦੇ ਵਿੱਚ ਵੀ ਫਰਕ ਆਇਆ, ਦਿਨਾਂ 'ਚ ਫਰਕ ਆਏ ਨੇ। ਇਸ ਕਰਕੇ ਜਿਹੜਾ ਸੀਗਾ ਇਹ ਐਗਜ਼ੈਕਟ ਡੇਟਸ ਜਿਹੜੇ ਸੀ ਨੋਬਡੀ ਕੈਨ ਸੇ ਅਬਾਊਟ ਦਾ ਐਗਜ਼ੈਕਟ ਡੇਟਸ ਆਲਸੋ। ਸੋ 1450 ਤੋਂ ਲੈ ਕੇ 1499 ਬਹਿਲੋਲ ਲੋਧੀ ਜਿਹੜਾ ਸੀਗਾ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ। ਔਰ ਉਸ ਵੇਲੇ ਪੰਜਾਬ ਦੇ ਤਤਾਰ ਖਾਂ ਇਹ ਵੀ ਲੋਧੀ ਸੀਗਾ, ਤਤਾਰ ਖਾਂ ਵੀ ਲੋਧੀ ਸੀਗਾ। ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਆਪਸ ਵਿੱਚ ਰਿਸ਼ਤੇਦਾਰ ਵੀ ਰਹੇ ਹੋਣਗੇ। ਉਹ ਪੰਜਾਬ ਦਾ ਗਵਰਨਰ ਜਿਹੜਾ ਸੀਗਾ ਬਹਿਲੋਲ ਲੋਧੀ ਤਤਾਰ ਖਾਂ ਨੂੰ ਜਿਹੜਾ ਸੀਗਾ ਪੰਜਾਬ ਦਾ ਗਵਰਨਰ ਥਾਪ ਦਿੰਦਾ। ਔਰ ਸ਼ਹਿਜ਼ਾਦਾ ਨਿਜ਼ਾਮ, ਠੀਕ ਹੈ ਜੀ, ਸ਼ਹਿਜ਼ਾਦਾ ਨਿਜ਼ਾਮ ਜਿਹਦਾ ਕਿ ਬਾਅਦ ਵਿੱਚ ਨਾਮ ਸਿਕੰਦਰ ਲੋਧੀ ਪੈਂਦਾ ਹੈ। ਨਿਜ਼ਾਮ, ਸ਼ਹਿਜ਼ਾਦਾ ਨਿਜ਼ਾਮ ਦਾ ਬਾਅਦ ਨਾਮ ਕੀ ਪੈਂਦਾ ਹੈ? ਸਿਕੰਦਰ ਲੋਧੀ ਪੈਂਦਾ ਹੈ। ਇਹ ਬਹਿਲੋਲ ਲੋਧੀ ਦਾ ਪੁੱਤਰ ਸੀ, ਠੀਕ ਹੈ ਜੀ। ਔਰ ਇਹ ਨਾਜ਼ਿਮ ਸਰਹੰਦ ਦਾ ਬਣਾਇਆ ਜਾਂਦਾ ਹੈ, ਠੀਕ ਹੈ ਜੀ। ਦੈਟ ਮੀਨਸ ਕਿਤੇ ਨਾ ਕਿਤੇ ਬਹਿਲੋਲ ਲੋਧੀ ਇਹ ਚਾਹਦਾ ਕਿ ਮੇਰਾ ਪੁੱਤਰ ਜਿਹੜਾ ਸੀਗਾ ਰਾਜ ਪਾਠ ਕਰਨਾ ਸਿੱਖ ਜਾਏ। ਕਿਉਂ? ਕਿਉਂਕਿ ਸਰਹੰਦ ਹਾਲੇ ਸੂਬਾ ਛੋਟੀ ਜਗ੍ਹਾ ਹੈਗੀ ਹੈ, ਉਹਦਾ ਰਾਜ ਪਾਠ ਕਰਨਾ ਸਿੱਖ ਜਾਏ ਤਾਂ ਕੱਲ ਨੂੰ ਬਾਦਸ਼ਾਹ ਉਹਨੇ ਬਣਨਾ ਹੈ, ਤਾਂ ਉਸ ਨੂੰ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਹੋਣੀਆਂ ਚਾਹੀਦੀਆਂ ਨੇ। ਸੋ ਆਪਾਂ ਦੇਖਦੇ ਹਾਂ ਕਿ ਹੁਣ ਕੁਐਸਚਨ ਸਾਡਾ ਕੀ ਬਣਦਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਤਾਂ ਉਸ ਵੇਲੇ ਹਿੰਦੁਸਤਾਨ ਦੇ ਉੱਤੇ ਕਿਹਦਾ ਰਾਜ ਸੀਗਾ? ਉਸ ਵੇਲੇ ਬਹਿਲੋਲ ਲੋਧੀ ਦਾ ਰਾਜ ਸੀਗਾ। ਔਰ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਸ ਵੇਲੇ ਤਤਾਰ ਖਾਨ ਦਾ ਸੀਗਾ ਔਰ ਉਹਦਾ ਰਾਜ ਸੀਗਾ ਉਹ। ਔਰ ਸਰਹੰਦ ਸੂਬਾ ਦੇ ਵਿੱਚ ਜਿਹੜਾ ਸੀਗਾ ਆਪਾਂ ਇਹ ਵੀ ਪਤਾ ਹੋਣਾ ਚਾਹੀਦਾ ਉਹਦੇ ਉੱਤੇ ਉਹਦਾ ਸ਼ਹਿਜ਼ਾਦਾ ਨਿਜ਼ਾਮ ਜਿਹਦਾ ਕਿ ਬਾਅਦ ਚ ਨਾਮ ਸਿਕੰਦਰ ਲੋਧੀ ਪਿਆ, ਉਹਦਾ ਰਾਜ ਸੀਗਾ। ਔਰ 1499 ਤੋਂ ਬਾਅਦ ਸਿਕੰਦਰ ਲੋਧੀ ਜਿਹੜਾ ਸੀਗਾ ਉਹ ਕਿੱਥੇ ਦਾ ਬਾਦਸ਼ਾਹ ਬਣਦਾ? ਹਿੰਦੁਸਤਾਨ ਦਾ ਬਾਦਸ਼ਾਹ ਬਣਦਾ, ਠੀਕ ਹੈ ਜੀ। ਹੁਣ ਥੋੜੀ ਜਿਹੀ ਗੱਲ ਹੋਰ ਕਿ ਭਾਵੇਂ ਆਪਾਂ ਦੇਖਦੇ ਹਾਂ ਕਿ ਬਹਿਲੋਲ ਲੋਧੀ ਨੇ ਤਤਾਰ ਖਾਨ ਨੂੰ ਜਿਹੜਾ ਸੀਗਾ ਪੰਜਾਬ ਦਾ ਸੂਬੇਦਾਰ ਬਣਾਇਆ, ਪਰ ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣਾ ਇੰਡੀਪੈਂਡੈਂਟ ਰਾਜ ਬਣਾਵਾਂ ਕਿਤੇ ਨਾ ਕਿਤੇ। ਤਾਂ ਤਤਾਰ ਖਾਨ ਕਿਤੇ ਨਾ ਆਪਣੇ ਆਪ ਨੂੰ ਇੰਡੀਪੈਂਡੈਂਟ ਡਿਕਲੇਅਰ ਜ਼ਰੂਰ ਕਰਦਾ ਹੈ, ਠੀਕ ਹੈ ਜੀ। ਉਹ ਆਪਣੀ ਇੰਡੀਪੈਂਡੈਂਸ ਡਿਕਲੇਅਰ ਜ਼ਰੂਰ ਕਰਦਾ ਹੈ। ਔਰ ਬਹਿਲੋਲ ਲੋਧੀ ਜਿਹੜਾ ਸੀਗਾ ਸਿਕੰਦਰ ਨੂੰ ਭੇਜਦਾ ਔਰ ਉਹ ਤਤਾਰ ਖਾਨ ਨੂੰ ਹਰਾ ਕੇ ਜਿਹੜਾ ਸੀਗਾ ਉਹ ਆਪਾਂ ਕਹਿੰਦੇ ਆ ਕਿ ਦੁਬਾਰਾ ਜਿਹੜੀ ਲੋਧੀ ਡਾਇਨੈਸਟੀ ਹੈਗੀ ਆ ਉਹਦਾ ਰਾਜਪਾਟ ਪੰਜਾਬ ਦੇ ਉੱਤੇ ਦੁਬਾਰਾ ਕਾਇਮ ਕਰਦਾ ਉਹ, ਠੀਕ ਹੈ ਜੀ। ਇਸ ਤਰੀਕੇ ਨਾਲ ਜਿਹੜਾ ਲੋਧੀ ਖਾਨਦਾਨ ਦਾ ਪੰਜਾਬ ਦੇ ਉੱਤੇ ਜਿਹੜਾ ਸੀਗਾ ਉਹ ਰਾਜਪਾਟ ਪ੍ਰੋਪਰਲੀ ਕਾਇਮ ਹੋ ਜਾਂਦਾ ਹੈ। ਹੁਣ ਪੰਜਾਬ ਦੇ ਉੱਤੇ ਤਤਾਰ ਖਾਨ ਦਾ ਸੀਗਾ ਉਹ ਹਾਰ ਗਿਆ। ਹਾਰਨ ਤੋਂ ਬਾਅਦ ਜਿਹੜਾ ਸੀਗਾ ਹੁੰਦਾ ਕੀ ਹੈ ਇੱਥੇ ਫਿਰ ਇਹ ਕਿ ਇਹਦਾ ਪੁੱਤਰ ਜਿਹੜਾ ਸੀਗਾ ਤਤਾਰ ਖਾਨ ਦਾ ਪੁੱਤਰ, ਉਸ ਨੂੰ ਜਿਹੜਾ ਸੀਗਾ ਪੰਜਾਬ ਦਾ ਸੀਗਾ ਸੂਬੇਦਾਰ ਬਣਾਇਆ ਜਾਂਦਾ। ਔਰ ਤਤਾਰ ਖਾਨ ਦਾ ਜਿਹੜਾ ਪੁੱਤਰ ਸੀਗਾ ਉਹਦਾ ਨਾਮ ਆਪਾਂ ਦੇਖਦੇ ਹਾਂ ਜਿਹੜਾ ਸੀਗਾ ਕੀ ਪੈਂਦਾ ਉਹ, ਦੈਟ ਇਜ਼ ਦੌਲਤ ਖਾਨ ਲੋਧੀ, ਠੀਕ ਹੈ ਜੀ। ਉਸ ਵੇਲੇ ਫਿਰ ਤਤਾਰ ਖਾਨ ਤੋਂ ਬਾਅਦ ਤਤਾਰ ਖਾਨ ਦਾ ਪੁੱਤਰ ਦੌਲਤ ਖਾਨ ਲੋਧੀ, ਉਸ ਨੂੰ ਜਿਹੜਾ ਸੀਗਾ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਜਾਂਦਾ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਉੱਤੇ ਲੋਧੀ ਡਾਇਨੈਸਟੀ ਜਿਹੜੀ ਸੀਗੀ ਉਹ ਹੁਣ ਰਾਜ ਕਰ ਰਹੀ ਹੈ। ਸੋ ਆਪਾਂ ਗੁਰੂ ਨਾਨਕ ਦੇਵ ਜੀ ਦੀ ਹਿਸਟਰੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਦੌਲਤ ਖਾਨ ਜਿਹੜਾ ਸੀਗਾ ਉਹਦੇ ਮੋਦੀ ਖਾਨੇ ਦੇ ਵਿੱਚ ਕੰਮ ਕੀਤਾ, ਠੀਕ ਹੈ ਜੀ। ਔਰ ਦੈਟ ਮੀਨਸ ਕਿ ਦੌਲਤ ਖਾਨ ਲੋਧੀ ਤੇ ਗੁਰੂ ਨਾਨਕ ਦੇਵ ਜੀ ਦੀ ਹਿਸਟਰੀ ਜਿਹੜੀ ਸੀ ਉਹ ਕਾਫੀ ਦੇ ਵਿੱਚ ਆਪਸ ਵਿੱਚ ਕਾਮਨ ਹੋ ਜਾਂਦੀ ਹੈ। ਸੋ ਇਸ ਚੀਜ਼ ਦਾ ਵੀ ਆਪਾਂ ਗੱਲ ਕਰਾਂਗੇ। ਪਹਿਲਾਂ ਆਪਾਂ ਸਿਰਫ ਇਹ ਦੇਖ ਲਈਏ ਕਿ ਹਿੰਦੁਸਤਾਨ ਦੇ ਉੱਤੇ ਜਿਹੜਾ ਸੀਗਾ ਕਿਸ ਕਿਸ ਦਾ ਰਾਜ ਹੋਇਆ। ਸਿਕੰਦਰ ਲੋਧੀ ਦਾ ਰਾਜ ਹੋਇਆ 1499 ਤੋਂ ਲੈ ਕੇ 1517 ਤੱਕ। ਆਪਾਂ ਪਹਿਲਾਂ ਗੱਲ ਕੀਤੀ ਹੈ ਸਿਕੰਦਰ ਲੋਧੀ ਦਾ ਫਾਦਰ ਜਿਹੜਾ ਸੀਗਾ ਬਹਿਲੋਲ ਲੋਧੀ, ਉਹਦਾ 1451 ਤੋਂ ਲੈ ਕੇ 1499 ਤੱਕ। ਫਿਰ ਸਿਕੰਦਰ ਲੋਧੀ 1499 ਤੋਂ ਲੈ ਕੇ 1517 ਤੱਕ, ਠੀਕ ਹੈ ਜੀ। ਔਰ ਇਨ ਦਾ ਮੇਨ ਟਾਈਮ ਜਿਹੜਾ ਦੌਲਤ ਖਾਨ ਲੋਧੀ ਜਿਹੜਾ ਹੈਗਾ ਜਿਹਨੂੰ ਕਿ ਪੰਜਾਬ ਦਾ ਗਵਰਨਰ ਬਣਾਇਆ ਜਾਂਦਾ ਹੈ, ਉਹ ਸਰਗੋਦਾ ਤੋਂ ਲੈ ਕੇ ਸਰਹੰਦ ਤੱਕ ਇਹਦਾ ਰਾਜ ਹੈ, ਠੀਕ ਹੈ ਜੀ। ਔਰ ਦੀਪਾਲਪੁਰ ਔਰ ਇਹ ਗੱਖੜ ਛੱਜ ਇਹ ਸਾਰੇ ਇਲਾਕੇ ਜਿਹੜੇ ਸੀਗੇ ਇਹਨਾਂ ਦੇ ਨਾਲ ਇਹ ਵੀ ਆ ਜਾਂਦੇ ਨੇ। ਪਰ ਸਭ ਤੋਂ ਇੰਪੋਰਟੈਂਟ ਜਿਹੜਾ ਪਰਸਨ ਸਿਕੰਦਰ ਲੋਧੀ ਦੇ ਟਾਈਮ ਦੇ ਉੱਤੇ ਹੈ ਉਹਨੂੰ ਉਹਦਾ ਤਗਮਾ ਕਿਹਨੂੰ ਮਿਲਦਾ ਉਹ ਦੌਲਤ ਖਾਨ ਲੋਧੀ ਨੂੰ ਹੀ ਮਿਲਦਾ, ਠੀਕ ਹੈ ਜੀ। ਸੋ ਇਹ ਚੀਜ਼ ਆਪਾਂ ਇਹ ਸਾਰੀ ਚੀਜ਼ ਆਪਾਂ ਦੇਖਦੇ ਹਾਂ। ਇਹ ਪੰਜਾਬੀ ਦੇ ਵਿੱਚ ਵੀ ਨਾਲ ਦਿੱਤਾ ਤੁਹਾਨੂੰ ਇਹ, ਤਾਂ ਕਿ ਕਈ ਵਾਰ ਮਤਲਬ ਕਿ ਇਹ ਸੁਜੈਸ਼ਨ ਆਈ ਹੈ ਕਿ ਸਾਨੂੰ ਪੰਜਾਬੀ ਦੇ ਵਿੱਚ ਵੀ ਮਟੀਰੀਅਲ ਚਾਹੀਦਾ, ਸੋ ਇਹ ਚੀਜ਼ ਪੰਜਾਬੀ ਚ ਦਿੱਤੀ ਜਾ ਰਹੀ ਹੈ। ਔਰ ਤੁਸੀਂ ਦੇਖੋਗੇ ਕਿ ਦਿੱਲੀ ਦੇ ਵਿੱਚ ਸਿਕੰਦਰ ਲੋਧੀ ਗਾਰਡਨਸ ਹੈ, ਉੱਥੇ ਉਹਨਾਂ ਦਾ ਜਿਹੜਾ ਸੀਗਾ ਇਹ ਟੌਮ ਵੀ ਬਣਿਆ ਹੋਇਆ ਤੇ ਕਾਫੀ ਲੋਧੀ ਡਾਇਨੈਸਟੀ ਵਾਲਾ ਜਿਹੜਾ ਸੀਗਾ ਇਹ ਪੀਰੀਅਡ ਕਾਫੀ ਇੰਪੋਰਟੈਂਟ ਹੋ ਜਾਂਦਾ ਹੈ।
ਔਰ ਸਿਕੰਦਰ ਲੋਧੀ ਤੋਂ ਬਾਅਦ ਹਿੰਦੁਸਤਾਨ ਤੇ ਜਿਹੜਾ ਰਾਜ ਹੁੰਦਾ ਉਹ ਹੁੰਦਾ ਇਬਰਾਹਿਮ ਲੋਧੀ ਦਾ 1517 ਤੋਂ ਲੈ ਕੇ 1526 ਉਹਦਾ ਰਾਜ ਹੁੰਦਾ ਉਹ। ਠੀਕ ਹੈ ਜੀ। ਸੋ ਹੁਣ ਆਪਾਂ ਦੇਖਦੇ ਹਾਂ ਕਿ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਬਰਾਹਿਮ ਲੋਧੀ ਦਾ ਰਾਜ ਕਦ ਤੋਂ ਹੋਇਆ 1517 ਤੋਂ ਲੈ ਕੇ 1526 ਤੱਕ ਉਹਦਾ ਰਾਜਪਾਟ ਹੁੰਦਾ ਹੈ। ਇਹ ਦੌਲਤ ਖਾਨ ਲੋਧੀ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਕਿ ਦੌਲਤ ਖਾਨ ਲੋਧੀ ਪੰਜਾਬ ਦਾ ਗਵਰਨਰ ਔਰ ਆਪਣਾ ਸਰਗੋਦਾ ਤੋਂ ਲੈ ਕੇ ਸਰਹੰਦ ਤੱਕ ਇਹਦਾ ਰਾਜਪਾਟ ਮੰਨਿਆ ਜਾਂਦਾ ਹੈ। ਬਾਕੀ ਹੋਰ ਪਰਗਨਾ ਉਹ ਦੀਪਾਲਪੁਰ ਆ ਗਏ, ਸੁਲਤਾਨਪੁਰ ਆ ਗਿਆ, ਸਰਹੰਦ, ਇਹ ਸੂਬੇ ਇਹ ਆਪਾਂ ਕਹਿੰਦੇ ਜਿਵੇਂ ਅੱਜ ਆਪਾਂ ਕਹਿੰਦੇ ਜ਼ਿਲ੍ਹੇ ਕਹਿ ਦਿੰਦੇ ਆ, ਉਸ ਵੇਲੇ ਪਰਗਨੇ ਕਹਿ ਦਿੰਦੇ ਸੀਗੇ ਇਹਨਾਂ ਨੂੰ। ਸੋ ਹੁਣ ਇਸ ਦੌਰਾਨ ਦੇ ਵਿੱਚ ਦੌਲਤ ਖਾਨ ਲੋਧੀ ਉਹਦਾ ਰਾਜਪਾਟ ਕਿਵੇਂ ਚੱਲਿਆ, ਕਿਉਂਕਿ ਆਪਾਂ ਜਿਹੜੀ ਹਿਸਟਰੀ ਪੜ੍ਹ ਰਹੇ ਹਾਂ ਉਹ ਪੜ੍ਹ ਰਹੇ ਹਾਂ ਪੰਜਾਬ ਦੀ ਹਿਸਟਰੀ ਪੜ੍ਹ ਰਹੇ ਹਾਂ। ਸੋ ਦੌਲਤ ਖਾਨ ਲੋਧੀ ਦਾ ਸੀਗਾ ਉਹ ਉਸ ਟਾਈਮ ਦੇ ਉੱਤੇ ਪੋਜੀਸ਼ਨ ਕੀ ਚੱਲ ਰਹੀ ਸੀਗੀ। ਆਪਾਂ ਇੱਕ ਕੁਐਸਚਨ ਹੋਰ ਕਿ ਪੰਜਾਬ ਕਿਹੜੇ ਪੀਰੀਅਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਕਿਤੇ ਤਿਕੋਣੀ ਮੁਕਾਬਲੇ 'ਚ ਲੰਘ ਰਿਹਾ ਸੀਗਾ। ਤਿਕੋਣਾ ਮੁਕਾਬਲਾ ਕਿਹਦਾ ਹੋ ਗਿਆ ਜੀ? ਠੀਕ ਹੈ ਜੀ, ਇੱਕ ਪਾਸੇ ਬਾਬਰ ਹੋ ਗਿਆ, ਇੱਕ ਪਾਸੇ ਲੋਧੀ ਹੋ ਗਿਆ ਔਰ ਇੱਕ ਪਾਸੇ ਤੁਹਾਡੇ ਦੌਲਤ ਖਾਨ ਲੋਧੀ ਹੋ ਗਿਆ। ਇੱਕ ਪਾਸੇ ਕੌਣ ਹੋ ਗਿਆ? ਬਾਬਰ ਹੋ ਗਿਆ, ਇੱਕ ਪਾਸੇ ਲੋਧੀ ਹੋ ਗਿਆ, ਇਬਰਾਹਿਮ ਲੋਧੀ ਹੋ ਗਿਆ ਔਰ ਤੀਜੇ ਪਾਸੇ ਦੌਲਤ ਖਾਨ ਲੋਧੀ ਹੋ ਗਿਆ। ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਪੰਜਾਬ ਜਿਹੜਾ ਸੀਗਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਿਕੋਣੇ ਮੁਕਾਬਲੇ ਚੋਂ ਲੰਘਦਾ ਪਿਆ ਸੀਗਾ। ਹੁਣ ਜਿਹੜੀ ਇਹ ਵਾਲੀ ਹਿਸਟਰੀ ਸ਼ੁਰੂ ਹੁੰਦੀ ਹੈ ਆਪਣੀ ਖਾਸ ਤੌਰ ਤੇ ਕਿਉਂਕਿ 1499 ਤੋਂ ਬਾਅਦ ਜਦੋਂ ਕਿ ਦੌਲਤ ਖਾਨ ਲੋਧੀ ਪੰਜਾਬ ਦਾ ਜਿਹੜਾ ਸੀਗਾ ਗਵਰਨਰ ਸੀਗਾ, ਉਹਦੇ ਟਾਈਮ ਦੇ ਉੱਤੇ ਕਾਫੀ ਹਾਲਾਤ ਠੀਕ ਠਾਕ ਸੀਗੇ ਔਰ ਜਦੋਂ ਤੱਕ ਆਪਾਂ ਦੇਖਦੇ ਸਿਕੰਦਰ ਲੋਧੀ ਦਿੱਲੀ ਦੇ ਉੱਤੇ ਕਾਬਜ਼ ਰਿਹਾ ਉਦੋਂ ਤੱਕ ਕੋਈ ਗੜਬੜ ਵੀ ਨਹੀਂ ਹੋਈ। ਸਿਕੰਦਰ ਲੋਧੀ 1499 ਤੋਂ ਲੈ ਕੇ 1517 ਤੱਕ ਤਕਰੀਬਨ ਇਹਦਾ ਰਾਜ ਰਿਹਾ। ਹੁਣ ਬਾਬਰ ਕਿੱਥੋਂ ਆਇਆ ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਬਾਬਰ ਆਇਆ ਤਾਂ ਬਾਬਰ ਕਿੱਥੋਂ ਆਇਆ। ਹੁਣ ਥੋੜੀ ਜਿਹੀ ਆਪਾਂ ਹਿਸਟਰੀ ਆਪਾਂ ਅੱਗੇ ਚੱਲਦੇ ਹਾਂ ਇੱਥੇ ਕਿ ਬਾਬਰ ਕਿੱਥੋਂ ਆ ਗਿਆ ਇਸ ਹਿਸਟਰੀ ਦੇ ਵਿੱਚ। 1398 ਦੇ ਵਿੱਚ ਆਪਾਂ ਨੇ ਇਹ ਵੀ ਪੜਿਆ ਸੀਗਾ ਕਿ ਹਿੰਦੁਸਤਾਨ ਦੇ ਉੱਤੇ ਇੱਕ ਹਮਲਾ ਹੋਇਆ ਸੀਗਾ। ਠੀਕ ਹੈ, ਉਹ ਹਮਲਾ ਕਿਹਨੇ ਕੀਤਾ ਸੀਗਾ? ਉਹ ਤੈਮੂਰ ਲੰਗ ਨੇ ਕੀਤਾ ਸੀਗਾ। ਕਿਹਨੇ ਕੀਤਾ ਸੀ ਜੀ ਹਮਲਾ? ਉਹ ਤੈਮੂਰ ਲੰਗ ਨੇ ਹਮਲਾ ਕੀਤਾ ਸੀਗਾ ਉਹ। ਔਰ ਤੈਮੂਰ ਲੰਗ ਸੈਂਟਰਲ ਏਸ਼ੀਆ ਤੋਂ ਆਇਆ ਸੀਗਾ। ਬਾਬਰ ਜਿਹੜਾ ਸੀਗਾ ਉਹ ਆਪਣਾ ਤਾਸ਼ਕੰਦ ਵਾਲਾ ਇਲਾਕਾ ਹੋ ਗਿਆ ਤੁਹਾਡਾ ਇਹ। ਠੀਕ ਹੈ ਜੀ। ਔਰ ਨਾ ਇਹ ਉਸ ਇਲਾਕੇ ਦੀ ਰਾਜਧਾਨੀ ਹੁੰਦੀ ਸੀਗੀ। ਤਾਸ਼ਕੰਦ ਹੋ ਗਿਆ ਇਸ ਇਲਾਕੇ ਨੂੰ। ਇਸ ਇਲਾਕੇ 'ਚ ਬੇਸਿਕਲੀ ਇਹ ਸਾਰੇ ਇਲਾਕੇ ਨੂੰ ਸਮਰਕੰਦ ਹੋ ਗਿਆ ਤੁਹਾਡਾ ਇਹ। ਇਹਨੂੰ ਸਾਰੇ ਇਲਾਕੇ ਨੂੰ ਜਿਹੜਾ ਸੀਗਾ ਕੀ ਕਿਹਾ ਜਾਂਦਾ ਸੀਗਾ? ਇਹਨੂੰ ਖੁਰਾਸਾਨ ਕਿਹਾ ਜਾਂਦਾ ਸੀਗਾ। ਇਹਨੂੰ ਕੀ ਕਿਹਾ ਜਾਂਦਾ ਸੀਗਾ? ਇਹਨੂੰ ਖੁਰਾਸਾਨ ਕਿਹਾ ਜਾਂਦਾ ਸੀਗਾ, ਜਿਹਦੇ 'ਚ ਈਰਾਨ ਵੀ ਆ ਜਾਂਦਾ ਹੈ। ਈਰਾਨ ਦੇ ਨਾਲ ਨਾਲ ਆਪਾਂ ਦੇਖਦੇ ਹਾਂ ਕਿ ਜਿਹੜਾ ਸੈਂਟਰਲ ਏਸ਼ੀਆ ਵਾਲਾ ਪਾਰਟ ਹੈ ਤਾਜਿਕਸਤਾਨ, ਉਜ਼ਬੇਕਿਸਤਾਨ, ਉਹ ਇਲਾਕੇ ਵੀ ਵਿੱਚ ਆ ਜਾਂਦੇ ਨੇ। ਔਰ ਤਾਈਓ ਜਦੋਂ ਕਿ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਵੀ ਹੈਗਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਠੀਕ ਹੈ ਜੀ। ਉਹ ਖੁਰਾਸਾਨ ਵਰਡ ਕਿੱਥੋਂ ਆਇਆ? ਉਹ ਇਸ ਇਲਾਕੇ ਤੋਂ ਆਇਆ ਕਿਉਂਕਿ ਬਾਬਰ ਕਿਸ ਇਲਾਕੇ ਨੂੰ ਬਿਲੋਂਗ ਕਰਦਾ ਸੀ? ਉਹ ਖੁਰਾਸਾਨ ਇਲਾਕੇ ਨੂੰ ਬਿਲੋਂਗ ਕਰਦਾ ਸੀਗਾ ਔਰ ਤੈਮੂਰ ਜਿਹੜਾ ਸੀਗਾ ਉਹ ਇਸ ਇਲਾਕੇ ਦੇ ਉੱਤੇ ਕਾਬਿਜ਼ ਸੀਗਾ। ਬਾਬਰ ਤੈਮੂਰ ਦਾ ਜਿਹੜਾ ਸੀਗੇ ਉਹਦੀ ਡਾਇਨੈਸਟੀ ਦੇ ਵਿੱਚੋਂ ਸੀਗਾ। ਹੁਣ ਬਾਬਰ ਔਰ ਉਹਦੇ ਆਪਸ ਦੇ ਜਿਹੜੇ ਚਾਚੇ ਤਾਏ ਭਰਾ ਕਜ਼ਨ ਕੁਜ਼ਨ ਉਹਨਾਂ ਨਾਲ ਲੜਾਈ ਹੋ ਜਾਂਦੀ ਹੈ। ਉਹ ਵੀ ਜਿਹੜੇ ਸੀਗੇ ਇਹਨਾਂ ਇਲਾਕਿਆਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਠੀਕ ਹੈ ਜੀ। ਤਾਂ ਅਲਟੀਮੇਟਲੀ ਬਾਬਰ ਉੱਥੋਂ ਭੱਜ ਕੇ ਕਿੱਥੇ ਆ ਜਾਂਦਾ? ਉਹ ਕਾਬਲ ਆ ਜਾਂਦਾ। 1504 ਈਸਵੀ ਦੇ ਵਿੱਚ ਬਾਬਰ ਕਾਬਲ ਦੇ ਉੱਤੇ ਕਬਜ਼ਾ ਕਰ ਲੈਂਦਾ ਹੈ ਔਰ ਆ ਕੇ ਇੱਥੇ ਟਿੱਕੇ ਬੈਠ ਜਾਂਦਾ। ਸੋ ਇਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਬਾਬਰ ਉਹ ਇਸ ਕਾਬਲ ਤੱਕ ਪਹੁੰਚ ਗਿਆ ਸੀਗਾ। ਹੁਣ 1504 ਤੋਂ ਲੈ ਕੇ 1500 ਆਪਾਂ ਗੱਲ ਕਰਦੇ ਹਾਂ, ਹੁਣ ਪਹੁੰਚ ਜਾਂਦੇ ਹਾਂ 1519 ਦੇ ਵਿੱਚ। ਹਿਸਟਰੀ ਦੇ ਵਿੱਚ ਕਿਸੇ ਰਾਜੇ ਦਾ ਮਰਨਾ, ਕਿਸੇ ਦਾ ਮਰਨਾ ਔਰ ਨਵੇਂ ਰਾਜੇ ਦਾ ਆਣਾ ਇਹ ਬਹੁਤ ਮੈਟਰ ਕਰ ਜਾਂਦਾ ਹੈ। ਕਿਉਂ? ਕਿਉਂਕਿ ਸਿਕੰਦਰ ਲੋਧੀ ਦੀ ਮੌਤ ਤੋਂ ਬਾਅਦ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਬਣਿਆ ਸੀਗਾ? ਉਹ ਬਣਿਆ ਸੀਗਾ ਇਬਰਾਹਿਮ ਲੋਧੀ। ਉਹਦੀ ਕਿਸੇ ਆਪਣੇ ਜਿਹੜੇ ਵਜ਼ੀਰ ਸੀਗੇ ਉਹਨਾਂ ਨਾਲ ਬਣਦੀ ਨਹੀਂ ਸੀ। ਸਾਰੇ ਵਜ਼ੀਰ, ਇਹ ਆਪ ਵੀ ਅਫਗਾਨ ਸੀਗਾ, ਹੋਰ ਵੀ ਜਿਹੜੇ ਸੀਗੇ ਉਹ ਵੀ ਅਫਗਾਨ ਸੀਗੇ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਦਵੇਸ਼ ਭਾਵ, ਲੜਾਈ ਝਗੜੇ, ਕੁਆਰਲਸ ਜਿਹੜੇ ਸੀ ਉਹ ਚੱਲਦੀਆਂ ਰਹਿੰਦੀਆਂ ਸੀਗੀਆਂ। ਉਹਨਾਂ ਨਾਲ ਬਣਦੀ ਕੋਈ ਨਹੀਂ ਸੀਗੀ। ਉਹਨਾਂ ਨਾਲ ਨਾ ਬਣਨ ਕਰਕੇ ਕਿਤੇ ਨਾ ਕਿਤੇ ਇਹਦਾ ਚਾਚਾ ਉਹ ਚਾਹੁੰਦਾ ਸੀਗਾ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣਾ। ਸੋ ਆਪਸੀ ਘਰੇਲੂ ਜੰਗ ਸ਼ੁਰੂ ਹੋ ਗਈ ਔਰ ਉਸ ਜੰਗ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਫਿਰ ਬਾਬਰ ਨੂੰ ਜਿਹੜਾ ਸੀਗਾ ਮੌਕਾ ਮਿਲਿਆ ਹਿੰਦੁਸਤਾਨ ਦੇ ਉੱਤੇ ਅਟੈਕ ਕਰਨ ਦਾ। ਉਹ ਵੀ ਆਪਣੇ ਇਲਾਕੇ ਵਧਾਉਣਾ ਚਾਹੁੰਦਾ ਸੀਗਾ। ਸੋ 1519 ਦੇ ਵਿੱਚ ਪਹਿਲੀ ਵਾਰ ਬਾਬਰ ਨੇ ਪੰਜਾਬ ਤੇ ਹਮਲਾ ਕਰਕੇ ਕੁਝ ਇਲਾਕਿਆਂ ਦੇ ਉੱਤੇ ਕਬਜ਼ਾ ਕਰ ਲਿਆ ਔਰ
ਉਹ ਕਿਹੜੇ ਕਬਜ਼ੇ, ਕਿਹੜਾ ਇਲਾਕਾ ਸੀਗਾ? ਉਹ ਭੇੜਾ ਤੇ ਬਜੌਰ, ਭੇੜਾ ਤੇ ਬਜੌਰ ਪੰਜਾਬ ਦੇ ਕੁਝ ਇੱਕ ਇਲਾਕੇ ਸੀਗੇ, ਇਹਨਾਂ ਦੇ ਉੱਤੇ ਕਬਜ਼ਾ ਕਰ ਲੈਂਦਾ। ਔਰ ਜਦੋਂ ਕਬਜ਼ਾ ਕਰਕੇ ਵਾਪਸ ਉਹ, ਇਹ ਗੱਲ ਕਦੋਂ ਦੀ ਹੈ? 1519 ਦੀ। ਸੋ 1504 ਤੋਂ ਲੈ ਕੇ 1519 ਤੋਂ ਕੁਝ ਨਹੀਂ ਹੁੰਦਾ। 1519 ਦੇ ਵਿੱਚ ਬਾਬਰ ਇਹਨਾਂ ਇਲਾਕਿਆਂ ਤੇ ਕਬਜ਼ਾ ਕਰ ਲੈਂਦਾ ਔਰ ਜਦੋਂ ਕਬਜ਼ਾ ਕਰਕੇ ਉਹ ਵਾਪਸ ਚਲਾ ਜਾਂਦਾ ਹੈ ਤਾਂ ਭੇਰਾ ਦੇ ਜਿਹੜੇ ਲੋਕ ਨੇ ਉਹ ਬਗਾਵਤ ਕਰ ਦਿੰਦੇ ਨੇ। ਉਹ ਕੀ ਕਰਦੇ ਨੇ? ਬਗਾਵਤ ਕਰਦੇ ਨੇ। ਜਦੋਂ ਬਗਾਵਤ ਕਰਦੇ ਨੇ ਤਾਂ ਉਸ ਤੋਂ ਬਾਅਦ ਬਾਬਰ ਫੇਰ ਆਉਂਦਾ ਹੈ, ਆ ਕੇ ਉੱਥੇ ਫਿਰ ਚੰਗੀ ਤਰ੍ਹਾਂ ਲੁੱਟ ਮਾਰ ਜਿਹੜੀ ਸੀਗੀ ਪੂਰੀ ਹੁੰਦੀ ਹੈ ਔਰ ਲੋਕਾਂ ਦੇ ਉੱਤੇ ਜ਼ੁਲਮ ਢਾਏ ਜਾਂਦੇ ਆ, ਫੌਜ ਦਾ ਕਤਲ ਕੀਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਉਹ ਫਿਰ ਸੈਯਦਪੁਰ ਵੀ ਆਉਂਦਾ ਹੈ ਤੇ ਫਿਰ ਅਮੀਨਾਬਾਦ ਜਿਹਨੂੰ ਕਿਹਾ ਜਾਂਦਾ ਹੈ ਉੱਥੇ ਵੀ ਆਉਂਦਾ ਹੈ। ਉਸ ਜਗ੍ਹਾ ਦੇ 1519 ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨਾਲ ਜਿਹੜੀ ਸੀ ਉੱਥੇ ਮੁਲਾਕਾਤ ਕਹੀ ਗਈ, ਜਾਂ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਸੀਗਾ ਉੱਥੇ ਕਿਤੇ ਕਿਹਾ ਜਾਂਦਾ ਕਿ ਉਹਨਾਂ ਨੂੰ ਜੇਲ੍ਹ 'ਚ ਪਾਇਆ ਜਾਂਦਾ, ਜਿੱਥੇ ਕਿ ਚੱਕੀਆਂ ਪਸਾਉਣ ਵਾਸਤੇ ਉਹਨਾਂ ਨੂੰ ਕਿਹਾ ਜਾਂਦਾ ਹੈ। ਪਰ ਚੱਕੀਆਂ ਆਪਾਂ ਸਾਖੀਆਂ 'ਚ ਪੜ੍ਹਦੇ ਹਾਂ ਕਿ ਚੱਕੀਆਂ ਆਪੇ ਘੁੰਮਦੀਆਂ ਨਹੀਂ ਉੱਥੇ। ਸੋ ਦੈਟ ਇਜ਼ ਦਾ ਪੋਜੀਸ਼ਨ। ਔਰ ਉੱਥੇ ਮੰਨ ਲਓ ਕਿ ਗੁਰੂ ਨਾਨਕ ਦੇਵ ਜੀ ਨੇ, ਆਪਾਂ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਸੀਗਾ, ਇਹ ਸ਼ਲੋਕ ਕਿਹਾ ਸੀਗਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਸੋ ਇਹ 1519 ਦੇ ਵਿੱਚ ਹੁੰਦਾ। ਉਸ ਤੋਂ ਬਾਅਦ 1520 ਦੇ ਵਿੱਚ ਦੌਲਤ ਖਾਂ ਜਿਹੜਾ ਸੀਗਾ ਉਹ ਹਾਲੇ ਵੀ ਪੰਜਾਬ ਦੇ ਉੱਤੇ ਕਾਬਜ਼ ਹੈ। ਇੱਕ ਪਾਸੇ ਮੈਂ ਤੁਹਾਨੂੰ ਦੱਸਿਆ ਸੀਗਾ ਬਾਬਰ, ਇੱਕ ਪਾਸੇ ਇਬਰਾਹਿਮ ਲੋਧੀ, ਤੀਜੇ ਪਾਸੇ ਦੌਲਤ ਖਾਂ। ਸੋ 1520 ਦੇ ਵਿੱਚ ਦੌਲਤ ਖਾਂ ਆਪਣੇ ਆਪ ਨੂੰ ਜਿਹੜਾ ਸੀਗਾ ਦਿੱਲੀ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਸ ਕੋਸ਼ਿਸ਼ ਦੇ ਵਿੱਚ ਕਿਤੇ ਨਾ ਕਿਤੇ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੁੰਦਾ ਹੈ। ਇਨ ਦਿਸ ਪਾਰਟਿਕੂਲਰ ਮੀਨ ਟਾਈਮ ਇਹ ਫਿਰ ਇਬਰਾਹਿਮ ਲੋਧੀ ਉਹ ਚਾਹੁੰਦਾ ਹੈ ਕਿ ਮੈਂ ਜਿਹੜਾ ਸੀਗਾ ਪੰਜਾਬ ਨੂੰ ਦੁਬਾਰਾ ਆਪਣੇ ਕਬਜ਼ੇ 'ਚ ਕਰਾਂ। ਉਹ ਆਪਣੇ ਦੌਲਤ ਖਾਂ ਨੂੰ ਮਤਲਬ ਕਿ ਸੁਨੇਹਾ ਭੇਜਦਾ। ਉਹ ਕੁਝ ਕਹਾਣੀਆਂ ਹੈਗੀਆਂ ਨੇ, ਵੀ ਵੋਂਟ ਗੋ ਇਨਟੂ ਦ ਡੈਪਥ ਆਫ देयर ਆਫ ਆਲਸੋ। ਪਰ ਇਹਨਾਂ ਖਤਰਿਆਂ ਨੂੰ ਦੇਖਦੇ ਹੋਏ ਦੌਲਤ ਖਾਂ ਕਿਤੇ ਬਾਬਰ ਨੂੰ ਇਨਵਾਈਟ ਕਰਦਾ ਔਰ ਸਿਮਿਲਰਲੀ ਇਬਰਾਹਿਮ ਲੋਧੀ ਦਾ ਚਾਚਾ ਆਜ਼ਮ ਖਾਂ, ਕਿਉਂਕਿ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ ਚਾਹੁੰਦਾ, ਉਹ ਵੀ ਬਾਬਰ ਨੂੰ ਇਨਵਾਈਟ ਕਰਦਾ। ਠੀਕ ਹੈ ਜੀ। ਔਰ ਸੁਣਨ ਚ ਆਪਾਂ ਨੂੰ ਇਹ ਵੀ ਆਉਂਦਾ ਕਿ ਰਾਣਾ ਸੰਘਾ ਉਹ ਵੀ ਇਬਰਾਹਿਮ ਲੋਧੀ ਤੋਂ ਤੰਗ ਸੀਗਾ ਔਰ ਉਹ ਵੀ ਬਾਬਰ ਨੂੰ ਇਨਵਾਈਟ ਕਰਦਾ। ਸੋ ਇਸ ਤਰੀਕੇ ਨਾਲ ਬਾਬਰ ਜਿਹੜੇ ਹਮਲੇ ਜਿਹੜੇ ਸੀਗੇ ਪੰਜਾਬ ਵਾਲੇ ਇਲਾਕਿਆਂ ਤੇ ਸ਼ੁਰੂ ਹੁੰਦੇ ਨੇ। ਸੋ ਤਕਰੀਬਨ ਆਪਾਂ ਦੇਖਦੇ ਹਾਂ ਕਿ 1519 ਤੋਂ ਬਾਅਦ 4 ਵਾਰ ਬਾਬਰ ਪੰਜਾਬ ਦੇ ਉੱਤੇ ਹਮਲਾ ਕਰਦਾ ਹੈ। ਠੀਕ ਹੈ। ਉਹ ਅਲੱਗ-ਅਲੱਗ ਹਮਲਿਆਂ ਦੇ ਵਿੱਚ ਕੀ ਕੁਝ ਹੁੰਦਾ ਆਪਾਂ ਬਹੁਤੀ ਡਿਟੇਲ ਦੇ ਵਿੱਚ ਆਪਾਂ ਨਹੀਂ ਜਾਵਾਂਗੇ ਹੁਣ ਇੱਥੇ। ਪਰ ਨਾ ਦੌਲਤ ਖਾਂ ਲੋਧੀ ਦੀਆਂ ਖੁਆਇਸ਼ਾਂ ਪੂਰੀਆਂ ਹੁੰਦੀਆਂ ਨੇ। ਠੀਕ ਹੈ ਜੀ। ਔਰ ਕਿਤੇ ਨਾ ਕਿਤੇ ਜਿਹੜਾ ਆਜ਼ਮ ਖਾਂ ਇਬਰਾਹਿਮ ਲੋਧੀ ਦਾ ਚਾਚਾ ਸੀਗਾ ਉਹਦੀਆਂ ਖੁਆਇਸ਼ਾਂ ਵੀ ਪੂਰੀਆਂ ਨਹੀਂ ਹੁੰਦੀਆਂ। ਪਰ ਬਾਬਰ 1524 ਦੇ ਵਿੱਚ ਜਦੋਂ ਪੰਜਾਬ ਤੇ ਅਟੈਕ ਕਰਦਾ ਹੈ ਔਰ ਉੱਥੋਂ ਅਟੈਕ ਕਰਕੇ ਉਹਨੂੰ ਇਸ ਚੀਜ਼ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਇੱਥੇ ਲੜਾਈ ਕਰਨੀ ਸੌਖੀ ਨਹੀਂ ਹੈ ਔਰ ਇਸ ਕਰਕੇ ਉਹ ਵਾਪਸ ਕਾਬਲ ਜਾਂਦਾ ਹੈ ਤਾਂ ਕਿ ਚੰਗੇ ਤਰੀਕੇ ਨਾਲ ਤਿਆਰੀ ਕਰ ਸਕੇ। ਠੀਕ ਹੈ ਜੀ। ਫਿਰ ਠੀਕ ਹੈ ਜੀ, ਇਹ ਮੈਂ ਤੁਹਾਨੂੰ ਦੱਸਿਆ ਸੀ ਬਾਬਰ ਭੇੜਾ ਤੇ ਬਿਜੌਰ ਇਹਨਾਂ ਇਲਾਕਿਆਂ ਦੇ ਉੱਤੇ ਜਿਹੜਾ ਸੀਗਾ ਕਬਜ਼ਾ ਕਰ ਲੈਂਦਾ ਔਰ ਮੈਂ ਇਹਨਾਂ ਡਿਟੇਲ ਨੂੰ ਛੱਡ ਦਿੰਦੇ ਆਪਾਂ ਹਾਲੇ ਇਹ। ਠੀਕ ਹੈ ਜੀ। ਕਿਉਂਕਿ ਬਾਬਰ ਵੈਸੇ ਦਿੱਲੀ ਆਪਣਾ ਇੱਕ ਅੰਬੈਸਡਰ ਆਪਾਂ ਰਾਜਦੂਤ ਭੇਜਣ ਦੀ ਕੋਸ਼ਿਸ਼ ਕਰਦਾ ਉੱਥੇ ਉਹ, ਤਾਂ ਕਿ ਉਹ ਜਾ ਕੇ ਗੱਲ ਕਰ ਸਕੇ ਔਰ ਇਹ ਕਹਿ ਸਕੇ ਕਿ ਵੀ ਤੁਸੀਂ, ਬਾਬਰ ਦਾ ਕਹਿਣਾ ਹੈ ਕਿ ਇਹ ਤੈਮੂਰ ਲੰਗ ਨੇ ਇਹ ਇਲਾਕਾ ਜਿੱਤਿਆ ਸੀਗਾ, ਇਸ ਕਰਕੇ ਇਹ ਇਲਾਕੇ ਦੇ ਉੱਤੇ ਮੇਰਾ ਹੱਕ ਬਣਦਾ। ਠੀਕ ਹੈ ਜੀ। ਇਹ ਚੀਜ਼ ਜਿਹੜੀ ਸੀ ਬਾਬਰ ਜਿਹੜੀ ਸੀ ਉਹਦੇ ਵਿੱਚ ਆਉਂਦੀ ਹੈ। ਪਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜੇ ਮੈਂ ਤੁਹਾਨੂੰ ਦੱਸਿਆ ਕਿ ਭੇਰਾ ਦੇ ਵਿੱਚ ਰਿਵੋਲਟ ਹੁੰਦਾ, ਰਿਵੋਲਟ ਤੋਂ ਬਾਅਦ ਅਸੀਂ ਬਾਬਰ ਆ ਕੇ ਦੁਬਾਰਾ ਅਟੈਕ ਕਰਦਾ। ਇਹ ਉਹ ਵਾਲੀ ਸਲਾਈਡ ਹੈ। ਔਰ 1500 ਤੋਂ ਲੈ ਕੇ 1562 ਦੇ ਵਿੱਚ ਇਹ ਭੇੜਾ, ਦੌਲਤਪੁਰ, ਸਿਆਲਪੁਰ ਜਿਹੜੇ ਸੀਗੇ ਇਹ ਹਿੰਦੂ ਬੇਗ ਨੂੰ ਜਿਹੜਾ ਸੀਗਾ ਇੱਥੇ ਨਿਯੁਕਤ ਕੀਤਾ ਸੀਗਾ ਭੇੜਾ ਦੇ ਵਿੱਚ। मैं ਤੁਹਾਨੂੰ ਦੱਸ ਰਿਹਾ ਸੀਗਾ कि गुरु साहब ने खुरासान खिसवाना किया, हिंदुस्तान डराया, आपे दोस्त ना दही करता, जमकर मुगल चढ़ाया, ऐती मार पई कुरलाने तैकी दर्द ना आया। ਇਹ ਗੁਰੂ ਸਾਹਿਬ ਦੀ ਬਾਣੀ ਉਸ ਵੇਲੇ ਗੁਰੂ ਸਾਹਿਬ ਰਚਦੇ ਨੇ ਇਹ। ਔਰ ਇਸ ਬਾਣੀ ਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਬਾਬਰ ਬਾਣੀ ਕਿਹਾ ਜਾਂਦਾ ਹੈ। ਇਹਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਬਾਬਰ ਬਾਣੀ ਕਿਹਾ ਜਾਂਦਾ ਹੈ। ਸੋ 1524 ਦੇ ਵਿੱਚ ਇਬਰਾਹਿਮ ਲੋਧੀ ਦੌਲਤ ਖਾਨ ਦੇ ਉੱਤੇ ਅਟੈਕ ਕਰਦਾ, ਉਹਨੂੰ ਹਰਾਉਂਦਾ ਇਹ। 1524 ਦੇ ਵਿੱਚ ਵੀ ਬਾਬਰ ਜਿਹੜਾ ਸੀਗਾ ਉਹ ਪੰਜਾਬ ਤੇ ਅਟੈਕ ਕਰਕੇ ਜਿਹੜਾ ਸੀਗਾ ਉਹ ਬਿਹਾਰ ਖਾਨ ਜਿਹੜਾ ਕਿ ਇਬਰਾਹਿਮ ਲੋਧੀ ਦਾ ਅਪਾਇੰਟਡ ਪਰਸਨ ਸੀਗਾ ਲਾਹੌਰ ਦੇ ਵਿੱਚ, ਉਹਨੂੰ ਹਰਾਉਂਦਾ ਔਰ ਉਸ ਤੋਂ ਬਾਅਦ ਬਾਬਰ ਵਾਪਸ ਚਲਾ ਜਾਂਦਾ। ਪਰ ਹੋਰ ਬੜੀਆਂ ਕਹਾਣੀਆਂ ਹੁੰਦੀਆਂ, ਇਹਨਾਂ ਨੂੰ ਆਪਾਂ ਬਹੁਤਾ ਡਿਟੇਲ ਚ ਨਹੀਂ ਜਾਂਦੇ ਆਪਾਂ ਇੱਥੇ। ਸੋ 1524 ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਦੌਲਤ ਖਾਨ ਨੂੰ ਲੱਗਦਾ ਹੈ ਕਿ ਵੀ ਮੈਨੂੰ ਜਿਹੜੇ ਇਲਾਕੇ ਮਿਲਣੇ ਚਾਹੀਦੇ, ਬਾਬਰ ਜਿਹੜਾ ਸੀਗਾ ਅਟੈਕ ਕਰਕੇ ਸ਼ਾਇਦ ਮੈਨੂੰ ਕੁਝ ਦੇ ਕੇ ਜਾਏਗਾ। ਬਾਬਰ ਨੂੰ ਉਹ ਕੁਝ ਦੇ ਕੇ ਨਹੀਂ ਜਾਂਦਾ, ਉਹ ਰਿਵੋਲਟ ਕਰਦਾ। ਉਹਦੇ ਰਿਵੋਲਟ ਕਰਨ ਦੇ ਉੱਤੇ ਜਿਹੜਾ ਸੀਗਾ ਬਾਬਰ ਦੀ ਫੌਜਾਂ
ਉਹਨੂੰ ਹਰਾਉਂਦੀਆਂ ਨੇ ਤੇ ਇਹ ਭੱਜ ਜਾਂਦਾ, ਭੱਜ ਕੇ ਜਿਹੜਾ ਸੀਗਾ ਇਹ ਤਾਂ ਭੱਜ ਜਾਂਦਾ, ਪਰ ਦੌਲਤ ਖਾਨ ਲੋਧੀ ਦਾ ਪੁੱਤਰ ਦਿਲਾਵਰ ਖਾਨ ਉਹ ਬਾਬਰ ਦੇ ਨਾਲ ਰਲ ਜਾਂਦਾ ਔਰ ਉਹਨੂੰ ਜਿਹੜਾ ਸੀਗਾ ਉਹਨੂੰ ਸੁਲਤਾਨਪੁਰ ਦਾ ਇਲਾਕਾ ਉਹਨੂੰ ਦੇ ਦਿੱਤਾ ਜਾਂਦਾ ਹੈ, ਆਲਮ ਖਾਨ ਨੂੰ ਦੀਪਾਲਪੁਰ ਦੇ ਦਿੱਤਾ ਜਾਂਦਾ ਹੈ, ਅਬਦੁਲ ਅਜ਼ੀਜ਼ ਨੂੰ ਲਾਹੌਰ ਦੇ ਦਿੱਤਾ ਜਾਂਦਾ ਹੈ। ਸੋ ਇਸ ਵੇਲੇ ਆਪਾਂ ਦੇਖਦੇ ਹਾਂ ਕਿ ਬਾਬਰ ਨੂੰ ਲੱਗਦਾ ਕੀ ਹੈ ਕਿ ਮੈਨੂੰ ਹਾਲੇ ਹੋਰ ਤਿਆਰੀ ਕਰਨੀ ਪਏਗੀ, ਉਸ ਤੋਂ ਬਾਅਦ ਹੀ ਲੜਾਈ ਹੋ ਸਕਦੀ ਹੈ। ਤੋ ਆਪਾਂ ਦੇਖਦੇ ਹਾਂ ਹੁਣ ਕੀ ਹੋਏਗਾ ਕਿ 1525 ਦੇ ਵਿੱਚ ਬਾਬਰ ਫੇਰ ਪੰਜਾਬ ਦੇ ਉੱਤੇ ਹਮਲਾ ਕਰਦਾ ਹੈ। ਠੀਕ ਹੈ ਜੀ। ਸੋ 1525 ਦੇ ਵਿੱਚ ਬਾਬਰ ਫੇਰ ਪੰਜਾਬ ਤੇ ਹਮਲਾ ਕਰਦਾ ਹੈ ਔਰ ਹਮਲਾ ਕਰਨ ਤੋਂ ਬਾਅਦ ਜਿਹੜਾ ਸੀਗਾ ਉਹ ਅੱਗੇ ਵੱਧਦਾ ਹੈ। ਹਮਾਯੂੰ ਨੂੰ ਜਿਹੜਾ ਭੇਜ ਦਿੰਦਾ ਆਪਣੇ ਪੁੱਤਰ ਨੂੰ ਉਹ ਹਿਸਾਰ ਵਾਲੇ ਪਾਸੇ ਕਿ ਉਧਰਲੇ ਪਾਸੇ ਹਮਲਾ ਕਰ, ਔਰ ਆਪ ਉਹ ਜਿਹੜਾ ਸੀਗਾ ਵੱਧ ਕੇ ਕਿੱਥੇ ਪਹੁੰਚਦਾ, ਉਹ ਪਾਣੀਪਤ ਪਹੁੰਚਦਾ ਹੈ। ਔਰ ਪਾਣੀਪਤ ਦੇ ਵਿੱਚ ਜਿਹੜੀ ਸੀਗੀ ਫਿਰ ਅਸਲੀ ਲੜਾਈ ਕਿੱਥੇ ਹੁੰਦੀ ਹੈ ਹਿੰਦੁਸਤਾਨ ਦੇ ਤਖਤ ਵਾਸਤੇ, ਉਹ ਹੁੰਦੀ ਹੈ 21 ਅਪ੍ਰੈਲ 1526 ਨੂੰ, ਜਿਹਨੂੰ ਅਸੀਂ ਕੀ ਕਹਿੰਦੇ ਆ ਫਸਟ ਬੈਟਲ ਆਫ ਪਾਣੀਪਤ। ਠੀਕ ਹੈ ਜੀ। ਔਰ ਖਾਸ ਤੌਰ ਦੇ ਉੱਤੇ ਦੇਖਣ ਵਾਲੀ ਗੱਲ ਹੈ ਕਿ ਇੱਕ ਪਾਸੇ ਕਿਹਦੀ ਫੌਜ ਹੈ, ਇੱਕ ਪਾਸੇ ਹੈ ਇਬਰਾਹਿਮ ਲੋਧੀ ਦੀ ਫੌਜ। ਇੱਕ ਲੱਖ ਤੋਂ ਜ਼ਿਆਦਾ। ਦੂਜੇ ਪਾਸੇ ਕਿਹਦੀ ਫੌਜ ਹੈ, ਬਾਬਰ ਦੀ ਫੌਜ। ਕਿਹਾ ਜਾਂਦਾ ਹੈ 12,000 ਤੋਂ ਲੈ ਕੇ 25,000। ਕਿੱਥੇ ਕਈ 1 ਲੱਖ ਲਿਖਦੇ ਨੇ, ਕਈ 2 ਲੱਖ ਲਿਖਦੇ ਨੇ, ਕਿਤੇ 1 ਲੱਖ ਕਿਤੇ 12,000 ਜਾਂ 25,000 ਫੌਜ। ਠੀਕ ਹੈ ਜੀ। ਤਾਂ ਜਿੱਤ ਤਾਂ ਇਬਰਾਹਿਮ ਲੋਧੀ ਦੀ ਹੋਣੀ ਚਾਹੀਦੀ ਹੈ, ਪਰ ਆਪਾਂ ਸਾਰੇ ਹਿਸਟਰੀ ਪੜ੍ਹੀ ਹੋਈ ਹੈ ਕਿ ਇਸ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਦੀ ਹਾਰ ਹੁੰਦੀ ਹੈ ਔਰ ਬਾਬਰ ਜਿਹੜਾ ਸੀਗਾ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ ਹੈ। ਠੀਕ ਹੈ। ਸੋ ਇਹਦੇ ਬਾਰੇ ਵੀ ਕੁਐਸਚਨ ਜਿਹੜੇ ਸੀ ਐਗਜ਼ਾਮ 'ਚ ਬੰਦੇ ਨੇ, ਤਾਂ ਆਓ ਆਪਾਂ ਦੇਖੀਏ ਕਿ ਇਹ ਥੋੜੀ ਜਿਹੀ ਹਿਸਟਰੀ ਆਪਾਂ ਇਸ ਲੜਾਈ ਦੀ ਵੀ ਪੜ੍ਹ ਲਈਏ, ਕਿਉਂਕਿ ਇਹਦੇ ਵਿੱਚ ਕਿਹੜੀ ਟੈਕਨੀਕ ਯੂਜ਼ ਹੋਈ ਸੀਗੀ ਔਰ ਕੀ ਹੋਇਆ ਸੀਗਾ, ਆਪਾਂ ਉਹਦੇ ਬਾਰੇ ਦੇਖਦੇ ਹਾਂ ਕਿ ਨਵੰਬਰ 1525 ਬਾਬਰ 12,000 ਦੀ ਸਿਪਾਹੀਆਂ ਦੇ ਨਾਲ ਕਹਿੰਦੇ ਕਾਬੁਲ ਤੋਂ ਚੱਲਦਾ, ਉਹ ਦੌਲਤ ਖਾਨ ਨੂੰ ਹਰਾ ਕੇ ਉਸ ਸਰਹੰਦ ਵੱਲ ਵੱਧਦਾ, ਦਿੱਲੀ ਉੱਤੇ ਹਮਲਾ ਵਿੱਚ ਪਾਣੀਪਤ ਵਿਖੇ ਉਹ ਡੇਰਾ ਲਗਾ ਲੈਂਦਾ। ਇਬਰਾਹਿਮ ਲੋਧੀ 1 ਲੱਖ ਸਿਪਾਹੀ ਲੈ ਕੇ 5,000 ਹਾਥੀ ਲੈ ਕੇ 21 ਅਪ੍ਰੈਲ 1526 ਨੂੰ ਜਿਹੜਾ ਸੀਗਾ ਉਹ ਪਾਣੀਪਤ ਦੇ ਮੈਦਾਨ 'ਚ ਖੜੇ ਹੋ ਜਾਂਦੇ ਨੇ। ਇਸ ਲੜਾਈ ਦੇ ਵਿੱਚ ਅਲਟੀਮੇਟਲੀ ਇਬਰਾਹਿਮ ਲੋਧੀ ਦੀ ਮੌਤ ਹੁੰਦੀ ਹੈ ਔਰ ਬਾਬਰ ਜਿਹੜਾ ਸੀਗਾ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ। ਪਰ ਇਹ ਕਿਉਂ ਹੁੰਦਾ ਹੈ, ਇਹ ਆਹ ਵਾਲਾ ਅੱਖਰ ਤੁਸੀਂ ਯਾਦ ਰੱਖਣਾ ਇੱਥੇ, ਤੁਲਗਮਾ। ਠੀਕ ਹੈ। ਇਹ ਟੈਕਨੀਕ ਪਹਿਲੀ ਵਾਰ ਵਰਤੀ ਜਾਂਦੀ ਹੈ। 2 ਚੀਜ਼ਾਂ ਜਿਹੜੀਆਂ ਸੀਗੀਆਂ ਇੱਥੇ ਵਰਤੀਆਂ ਜਾਂਦੀਆਂ ਨੇ, ਇੱਕ ਤਾਂ ਬਾਰੂਦ ਔਰ ਦੂਜਾ ਤੁਲਗਮਾ। ਬਾਬਰ ਦੀ ਫੌਜ ਬਾਰੂਦ ਦਾ ਇਸਤੇਮਾਲ ਕਰਦੀ ਹੈ, ਜਿਹਦੇ ਬਾਰੇ ਕਿ ਇਬਰਾਹਿਮ ਲੋਧੀ ਨੂੰ ਪਤਾ ਨਹੀਂ ਸੀ ਜਾਂ ਤਿਆਰੀ ਨਹੀਂ ਸੀ। ਦੂਜਾ ਤੁਲਗਮਾ ਟੈਕਨੀਕ ਜਿਹੜੀ ਸੀਗੀ ਉਹ ਯੂਜ਼ ਕੀਤੀ ਜਾਂਦੀ ਹੈ। ਤੁਲਗਮਾ 'ਚ ਕੀ ਹੁੰਦਾ ਹੈ ਕਿ ਫੌਜ ਨੂੰ ਅਲੱਗ-ਅਲੱਗ ਹਿੱਸਿਆਂ 'ਚ ਵੰਡਿਆ ਜਾਂਦਾ ਹੈ, ਸੈਂਟਰ 'ਚ ਫੌਜ ਹੋਰ, ਸਾਈਡ ਤੇ ਹੋਰ, ਸੱਜੇ ਪਾਸੇ ਹੋਰ, ਖੱਬੇ ਪਾਸੇ ਹੋਰ, ਤੇ ਇੱਕ ਬੈਕਅਪ ਰੱਖਿਆ ਜਾਂਦਾ ਹੈ ਤਾਂ ਕਿ ਕਿਸੇ ਵੇਲੇ ਵੀ ਅਸੀਂ ਅਚਨਚੇਤ ਅਟੈਕ ਕੀਤੇ ਜਾ ਸਕਣ, ਉਹਨੂੰ ਤੁਲਗਮਾ ਕਹਿੰਦੇ ਨੇ। ਔਰ ਇੱਕ ਤੀਜੀ ਚੀਜ਼ ਜਿਹੜੀ ਕਿ ਬਹੁਤ ਇੰਪੋਰਟੈਂਟ ਹੈ ਇਸ ਲੜਾਈ ਦੀ ਜਿੱਤ ਦੇ ਵਿੱਚ, ਉਹ ਕਿਸੇ ਗੱਡਿਆਂ ਦਾ ਇਸਤੇਮਾਲ। ਗੱਡੇ ਕਿੱਥੇ, ਇੱਕ ਪਾਸੇ ਹਾਥੀ ਔਰ ਐਡੀ ਵੱਡੀ ਫੌਜ ਔਰ ਦੂਜੇ ਪਾਸੇ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਗੱਡਿਆਂ ਦਾ ਇਸਤੇਮਾਲ ਇਸ ਕਰਕੇ ਕੀਤਾ ਜਾਂਦਾ ਹੈ ਕਿ 700 ਗੱਡਿਆਂ ਨੂੰ ਆਪਸ ਦੇ ਵਿੱਚ ਉਹਨਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਔਰ ਉਹਦਾ ਕੰਮ ਕੀ ਸੀ ਗੱਡਿਆਂ ਨੂੰ ਬੰਨ੍ਹਣ ਦਾ, ਤਾਂ ਕਿ ਹਾਥੀ ਜਿਹੜੇ ਸੀਗੇ ਉਹ ਇਹਨਾਂ ਤੋਂ ਅੱਗੇ ਲੰਘ ਕੇ ਨਾ ਆ ਸਕਣ, ਕਿਉਂਕਿ ਹਾਥੀ ਆਪਣੇ ਆਪ ਦੇ ਵਿੱਚ ਇੱਕ ਲੜਾਕਾ ਜਾਨਵਰ ਹੈ। ਉਹ ਘੋੜਿਆਂ ਨੂੰ ਚੱਕ ਮਾਰਦਾ ਔਰ ਜਿਹੜੇ ਫੌਜੀਆਂ ਨੂੰ ਚੱਕ ਮਾਰਦਾ, ਪੈਰਾਂ ਥੱਲੇ ਦੜਦਾ ਹੋਇਆ ਅੱਗੇ ਨਿਕਲ ਜਾਂਦਾ ਹੈ। ਇਸ ਕਰਕੇ ਬਹੁਤ ਜ਼ਰੂਰੀ ਸੀਗਾ ਟੈਕਨੀਕ ਦੇ ਵਿੱਚ ਇਹ ਕਿ ਹਾਥੀਆਂ ਨੂੰ ਰੋਕਿਆ ਜਾਵੇ। ਔਰ ਹੁੰਦਾ ਕੀ ਹੈ ਕਿ ਗੱਡਿਆਂ ਦੀ ਲਾਈਨ ਬੰਨ੍ਹ ਦਿੱਤੀ ਜਾਂਦੀ ਹੈ ਅੱਗੇ ਔਰ ਹਾਥੀ ਅੱਗੇ ਨਹੀਂ ਆ ਸਕਦੇ ਔਰ ਪਿੱਛੋਂ ਜਿਹੜੇ ਸੀਗੇ ਆਪਾਂ ਕਹਿੰਦੇ ਹਾਂ ਕਿ ਬਰੂਦ ਦਾ ਇਸਤੇਮਾਲ ਕਰਕੇ ਜਿਹੜਾ ਸੀਗਾ ਉਹ ਬਰੂਦ ਚਲਾਇਆ ਜਾਂਦਾ ਹੈ। ਹਾਥੀ ਅੱਗ ਦੇਖ ਕੇ ਡਰਦੇ ਨੇ, ਭੱਜਦੇ ਨੇ ਔਰ ਆਪਣੀ ਫੌਜਾਂ ਨੂੰ ਹੀ ਉਹ ਲਿਤਾੜਦੇ ਹੋਏ ਉਹ ਪਿੱਛੇ ਨੂੰ ਜਾਂਦੇ ਨੇ। ਇਸ ਕਾਰਨ ਜਿਹੜੇ ਸੀਗੇ ਇਬਰਾਹਿਮ ਲੋਧੀ ਦੀ ਫੌਜ ਦਾ ਨੁਕਸਾਨ ਹੁੰਦਾ ਹੈ ਔਰ ਇਬਰਾਹਿਮ ਲੋਧੀ ਮਾਰਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਲੜਾਈ ਸਿਰਫ 2-3 ਘੰਟੇ ਚੱਲੀ ਸੀ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਲੜਾਈ 1 ਘੰਟਾ ਹੋਰ ਚੱਲ ਜਾਂਦੀ ਤਾਂ ਬਾਬਰ ਦੇ ਕੋਲ ਨਾ ਤਾਂ ਅੱਗੇ ਬਰੂਦ ਸੀਗਾ ਤੇ ਨਾ ਹੀ ਫੌਜਾਂ ਸੀ ਲੜਨ ਨੂੰ ਹੋਰ। ਜੇ 1 ਘੰਟਾ ਲੜਾਈ ਹੋਰ ਚੱਲ ਜਾਂਦੀ ਤਾਂ ਇਬਰਾਹਿਮ ਲੋਧੀ ਨੇ ਜਿੱਤ ਜਾਣਾ ਸੀਗਾ ਔਰ ਬਾਬਰ ਨੇ ਹਾਰ ਜਾਣਾ ਸੀ। ਸੋ ਚਲੋ ਇਹ ਤਾਂ ਜੇ ਵਾਲੀਆਂ ਗੱਲਾਂ ਹੋ ਗਈਆਂ ਨਾ ਜੀ, ਕਿ ਜੇ ਐ ਹੁੰਦਾ, ਜੇ ਤਾਂ ਆਪਾਂ ਕਹਿੰਦੇ ਕਿ ਭੂਆ ਦੇ ਦਾੜੀ ਹੁੰਦੀ, ਫਿਰ ਇਸ ਤਰ੍ਹਾਂ ਦੀ ਗੱਲਾਂ ਆ ਜਾਂਦੀਆਂ ਨਾ। ਖੈਰ ਆਪਾਂ ਇੱਥੇ ਦੇਖੀਏ ਕਿ ਇਸ ਤਰੀਕੇ ਨਾਲ ਬਾਬਰ ਆਪਾਂ ਦਿੱਲੀ ਦੇ ਉੱਤੇ ਕਬਜ਼ਾ ਕਰਦਾ ਹੈ, ਪਰ ਉਹਦਾ ਅਸਲੀ ਕਬਜ਼ਾ ਹਿੰਦੁਸਤਾਨ ਤੇ ਕਦੋਂ ਹੁੰਦਾ ਹੈ? 1527 ਦੇ ਵਿੱਚ ਹੁੰਦਾ ਹੈ। ਔਰ ਉਹ ਕਦੋਂ ਹੁੰਦਾ ਕਿ ਜਦੋਂ ਰਾਣਾ ਸਾਂਗਾ ਨਾਲ ਖਾਨਵਾ ਦੀ ਲੜਾਈ ਹੁੰਦੀ ਹੈ। ਖਾਨਵਾ ਦੇ ਮੈਦਾਨ ਦੇ ਵਿੱਚ ਲੜਾਈ ਹੁੰਦੀ ਹੈ। ਉਹੀ ਰਾਣਾ ਸਾਂਗਾ
ਜਿਹਨੇ ਬਾਬਰ ਨੂੰ ਕਿਸੇ ਵੇਲੇ ਇਨਵਾਈਟ ਕੀਤਾ ਸੀਗਾ, ਪਰ ਉਦੋਂ ਹੁਣ ਲੱਗਦਾ ਉਹਨੂੰ ਕਿ ਕਿਤੇ ਨਾ ਕਿਤੇ ਬਾਬਰ ਹੁਣ ਸਾਰੇ ਹਿੰਦੁਸਤਾਨ ਤੇ ਹੀ ਕਬਜ਼ਾ ਕਰਕੇ ਨਾਲੇ ਸਾਡੇ ਤੇ ਕਬਜ਼ਾ ਨਾ ਕਰ ਲੇ, ਤਾਂ ਇਸ ਵੇਲੇ ਸਾਰੇ ਰਾਜਪੂਤ ਰਾਜੇ ਇਕੱਠੇ ਹੋ ਕੇ ਬਾਬਰ ਤੇ ਹਮਲਾ ਕਰਦੇ ਨੇ। ਪਰ ਵਨਸ ਅਗੇਨ ਬਾਬਰ ਦੀ ਜਿੱਤ ਹੁੰਦੀ ਹੈ ਔਰ ਰਾਣਾ ਸੰਗਾ ਜਿਹੜਾ ਸੀਗਾ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਜਾਂਦਾ ਹੈ ਔਰ ਉਹ ਅਲਟੀਮੇਟਲੀ ਉਹਦੀ ਮੌਤ ਹੋ ਜਾਂਦੀ ਹੈ। ਇਹਦੇ ਨਾਲ ਹੀ ਆਪਾਂ ਦੇਖਦੇ ਹਾਂ ਕਿ ਹਿੰਦੁਸਤਾਨ ਦੇ ਉੱਤੇ, ਪੰਜਾਬ ਦੇ ਉੱਤੇ, ਰਾਜਪੂਤਾਨਾ ਦੇ ਉੱਤੇ ਬਾਬਰ ਦਾ ਰਾਜ ਪਾਟ ਕਾਇਮ ਹੋ ਜਾਂਦਾ। Okay, so this was the ਇਨੀਸ਼ੀਅਲ ਬੇਸਿਸ ਜਿਹੜਾ ਕਿ ਆਪਾਂ ਕਰਦੇ ਹਾਂ ਪੰਜਾਬ ਦੀ ਹਿਸਟਰੀ 'ਚ ਆਪਾਂ ਗੱਲ ਕਰਦੇ ਹਾਂ। ਦੂਜਾ ਹਿੱਸਾ ਜਿਹੜਾ ਇਹਦੇ 'ਚ ਆ ਜਾਂਦਾ ਦੈਟ ਇਜ਼ ਸੋਸ਼ਲ ਕੰਡੀਸ਼ਨਸ ਡਿਊਰਿੰਗ ਅਫਗਾਨ ਐਂਡ ਮੁਗਲ ਰੂਲ। ਸੋਸ਼ਲ ਕੰਡੀਸ਼ਨਸ ਮੁਸਲਮਾਨਾਂ ਦੀ ਕੀ ਸੀ ਤੇ ਹਿੰਦੂਆਂ ਦੀ ਕੀ ਸੀਗੀ, ਇਹਦੇ ਉੱਤੇ ਕੁਐਸਚਨ ਕਿਉਂਕਿ ਲਿਖਿਆ ਹੋਇਆ ਸਿਲੇਬਸ ਦੇ ਵਿੱਚ, ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਵੀ ਡਿਸਕਸ ਕਰ ਲਈਏ। ਠੀਕ ਹੈ ਜੀ, ਇਹਦੇ 'ਚ ਕੀ ਆ ਜਾਂਦਾ, ਮੁਸਲਿਮ ਸੁਸਾਇਟੀ ਜਿਹੜੀ ਸੀਗੀ ਉਹ ਕਿਹਨਾਂ ਇਸ਼ੂਜ਼ ਦੇ ਉੱਤੇ, ਕਿਹੜੇ ਕਲਾਸਿਸ ਸੀਗੇ ਉਹਨਾਂ ਦੀਆਂ ਖਾਣ ਪੀਣ ਦੀ ਆਦਤਾਂ ਕੀ ਸੀਗੀਆਂ, ਉਹਨਾਂ ਦਾ ਪਹਿਰਾਵਾ ਕੀ ਸੀਗਾ ਔਰ ਉਹਨਾਂ ਦੇ ਮਨੋਰੰਜਨ ਦੇ ਸਾਧਨ ਕੀ ਸੀਗੇ, ਇਹਨਾਂ ਚੀਜ਼ਾਂ ਨੂੰ ਆਪਾਂ ਦੇਖ ਲੈਂਦੇ ਕੀ ਕਰਕੇ ਇੱਥੇ ਇਹ। ਹੁਣ ਮੁਸਲਿਮ ਸੁਸਾਇਟੀ ਜਿਹੜੀ ਸੀਗੀ ਇਹਨੂੰ ਵੀ 4 ਹਿੱਸਿਆਂ, ਬੇਸਿਕਲੀ ਇਹਦੇ ਵੀ 4 ਹਿੱਸੇ ਸੀਗੇ, ਭਾਵੇਂ ਜਾਤ ਪਾਤ ਨਹੀਂ ਸੀ ਪਰ ਫਿਰ ਵੀ ਹਿੱਸੇ ਜ਼ਰੂਰ ਸੀਗੇ। ਸੋ ਪਹਿਲਾ ਹਿੱਸਾ ਕਿਹੜਾ ਆ ਜਾਂਦਾ ਇਹਦੇ ਵਿੱਚ, ਅਮੀਰ ਤੇ ਸਰਦਾਰ ਕਹਿੰਦੇ ਆ। ਫਿਰ ਪੰਜਾਬੀ ਵਾਲੀ ਸਾਈਡ ਖੋਲ ਲੈਂਦੇ ਆਪਾਂ ਇੱਥੇ, ਠੀਕ ਹੈ ਜੀ। ਉਹਨੂੰ ਕੀ ਕਹਿੰਦੇ ਆਪਾਂ, ਅਮੀਰ ਤੇ ਸਰਦਾਰ ਕਹਿ ਦਿੰਦੇ ਆ। ਅਮੀਰ ਤੇ ਸਰਦਾਰ ਕਿਹੜੇ ਹੋ ਗਏ, ਹੁਣ ਉਹਨਾਂ ਜ਼ਮਾਨਿਆਂ ਦੇ ਵਿੱਚ ਰਾਜੇ ਮਹਾਰਾਜਾ ਕੋਲ ਆਪਣੇ ਕੋਲ ਐਡੀਆਂ ਫੌਜਾਂ ਨਹੀਂ ਸੀ ਹੋਇਆ ਕਰਦੀਆਂ, ਉਹ ਕੀ ਕਰਦੇ ਸੀਗੇ, ਉਹਨਾਂ ਦੇ ਅੱਗੇ ਸਰਦਾਰ ਹੁੰਦੇ ਸੀਗੇ ਜਿਨ੍ਹਾਂ ਨੂੰ ਹੁਕਮ ਹੁੰਦਾ ਸੀਗਾ ਕਿ ਤੁਸੀਂ ਇੰਨੀ ਫੌਜ ਹਮੇਸ਼ਾ ਤਿਆਰ ਰੱਖਣੀ ਹੈ, ਕਿਸੇ ਵੀ ਵੇਲੇ ਵੀ ਲੜਾਈ ਦੇ ਵੇਲੇ ਤੁਹਾਨੂੰ ਹੁਕਮ ਆ ਸਕਦਾ ਕਿ ਤੁਸੀਂ ਲੜਾਈ ਦੇ ਉੱਤੇ ਕੂਚ ਕਰਨਾ ਹੋ। ਸੋ ਉਹ ਉਹਨਾਂ ਨੂੰ ਕੀ ਕਿਹਾ ਜਾਂਦਾ ਸੀਗਾ, ਸਰਦਾਰ ਕਿਹਾ ਜਾਂਦਾ ਸੀਗਾ। ਉਹ ਜ਼ਮੀਨਾਂ ਦੇ ਮਾਲਕ ਹੁੰਦੇ ਸੀਗੇ, ਠੀਕ ਹੈ ਜੀ, ਉਹ ਜ਼ਮੀਨਾਂ ਦੇ ਮਾਲਕ ਹੁੰਦੇ ਸੀਗੇ ਔਰ ਨਾਲ ਹੁੰਦਾ ਕੀ ਹੁੰਦਾ ਸੀਗਾ, ਉਹ ਸਾਰਾ ਟੈਕਸ ਇਕੱਠਾ ਕਰਦੇ ਸੀਗੇ। ਜਿਹੜੇ ਲੋਕਾਂ ਤੋਂ ਟੈਕਸ ਇਕੱਠਾ ਕਰਨਾ, ਪੈਸਾ ਇਕੱਠਾ ਕਰਨਾ, ਕਿਉਂਕਿ ਰਾਜਪਾਟ ਚਲਾਉਣ ਵਾਸਤੇ ਵੀ ਤਾਂ ਪੈਸਾ ਚਾਹੀਦਾ ਨਾ। ਸੋ ਉਹ ਟੈਕਸ ਕੌਣ ਇਕੱਠਾ ਕਰਦਾ ਸੀਗਾ, ਇਹ ਸਰਦਾਰ ਜਾਂ ਉਹਨਾਂ ਨੂੰ ਅਮੀਰ ਕਿਹਾ ਜਾਂਦਾ ਸੀਗਾ, ਠੀਕ ਹੈ ਜੀ। ਸੋ ਆਪਾਂ ਦੇਖਦੇ ਹਾਂ ਇੱਥੇ ਹਨ ਕਿ ਪਹਿਲੀ ਕਲਾਸ ਕਿਹੜੀ ਹੋ ਗਈ, ਅਮੀਰ ਜਾਂ ਸਰਦਾਰ, ਔਰ ਕੰਮ ਕੀ ਹੋ ਗਿਆ, ਉਹ ਆਪਣੀ ਫੌਜ ਦੀ ਤਿਆਰ ਰੱਖਦੇ ਸੀਗੇ। ਉਹਨਾਂ ਨੂੰ ਜਿਹੜਾ ਸੀਗਾ ਕਿ ਆਪਣੀ ਫੌਜਾਂ ਤਿਆਰ ਰੱਖਣੀਆਂ ਪੈਂਦੀਆਂ ਸੀਗੀਆਂ, ਉਹਨਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਜਾਂਦੀਆਂ ਸੀਗੀਆਂ ਔਰ ਜ਼ਮੀਨਾਂ ਔਰ ਲੋਕਾਂ ਤੋਂ ਉਹ ਕੀ ਕਰਦੇ ਸੀਗੇ, ਟੈਕਸ ਇਕੱਠਾ ਕਰਦੇ ਸੀਗੇ। ਸੋ ਦੈਟ ਵਾਸ ਦ ਪੋਜੀਸ਼ਨ ਆਫ ਅਮੀਰ ਐਂਡ ਸਰਦਾਰ। ਦੂਜੇ ਨੰਬਰ ਦੇ ਉੱਤੇ ਕਿਹੜੀ ਕਲਾਸ ਆ ਗਈ, ਉਲੇਮਾ ਐਂਡ ਸੈਯਦ। ਉਲੇਮਾ, ਠੀਕ ਹੈ ਜੀ। ਆਪਾਂ ਦੇਖਦੇ ਹਾਂ ਕਿ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਪੰਡਤ ਜਾਂ ਜਥੇਦਾਰ ਹੁੰਦੇ ਨੇ ਜਾਂ ਗ੍ਰੰਥੀ ਹੁੰਦੇ ਨੇ, ਤਾਂ ਮੁਸਲਿਮ ਦੇ ਵਿੱਚ ਆਪਾਂ ਕਹਿੰਦੇ ਕਿ ਉਹਨਾਂ ਨੂੰ ਇਮਾਮ ਕਹਿ ਦਿੰਦੇ ਆ, ਉਹਨਾਂ ਨੂੰ ਇਮਾਮ ਕਹਿ ਦਿੰਦੇ ਆ, ਕਾਜ਼ੀ ਕਹਿ ਦਿੰਦੇ ਆ, ਜਾਂ ਉਹਨਾਂ ਨੂੰ ਉਲੇਮਾ ਕਹਿ ਦਿੰਦੇ ਆ, ਠੀਕ ਹੈ ਜੀ। ਸੋ ਜਿਹੜੇ ਕਿ ਆਪਣੇ ਮਸਜਿਦਾਂ ਦੇ ਵਿੱਚ ਲੋਕਾਂ ਨੂੰ ਗਾਈਡ ਕਰਦੇ ਨੇ, ਉੱਥੇ ਜਿਹੜਾ ਸੀਗਾ ਕੁਰਾਨ ਦੇ ਬਾਰੇ ਮੁਸਲਮਾਨਾਂ ਨੂੰ ਜਿਹੜਾ ਸੀਗਾ ਸੁਨੇਹਾ ਦਿੰਦੇ ਨੇ ਜਾਂ ਪੜਾਉਂਦੇ ਨੇ ਉਹ। ਸੋ ਦੇ ਆਰ ਨੋਨ ਐਜ਼, ਉਹਨਾਂ ਨੂੰ ਉਲੇਮਾ ਕਿਹਾ ਜਾਂਦਾ ਸੀ। ਦੇ ਆਰ ਰਿਲੀਜੀਅਸ ਟੀਚਰਸ, ਜਿਨ੍ਹਾਂ ਨੂੰ ਕਿ ਆਪਾਂ ਕਹਿ ਸਕਦੇ ਅਰਬਿਕ ਦਾ ਚੰਗੀ ਤਰ੍ਹਾਂ ਗਿਆਨ ਹੈ, ਕੁਰਾਨ ਦਾ ਚੰਗੀ ਤਰ੍ਹਾਂ ਗਿਆਨ ਹੈ। ਸੋ ਦੇ ਆਰ ਨੋਨ ਐਜ਼ ਉਲੇਮਾਸ। ਸੋ ਇਹ ਦੂਜੇ ਨੰਬਰ ਦੇ ਉੱਤੇ ਕਲਾਸ ਆ ਗਈ ਉਹਦੇ ਵਿੱਚ ਉਹ। ਇਹਦੇ ਨਾਲ ਨਾਲ ਸੈਯਦ ਵੀ ਆ ਗਏ। ਸੈਯਦ ਕੌਣ ਸੀਗੇ, ਆਪਾਂ ਜਾਣਦੇ ਹਾਂ ਹਿਸਟਰੀ ਦੇ ਵਿੱਚ ਕਿ ਪ੍ਰੋਫਟ ਮੁਹੰਮਦ ਦੀ ਬੇਟੀ ਸੀ ਫਾਤਿਮਾ। ਤੋਂ ਫਾਤਿਮਾ ਦੇ ਅੱਗੇ ਜਿੰਨੀਆਂ ਵੀ ਜਨਰੇਸ਼ਨ ਹੈਗੀਆਂ ਨੇ, ਉਹਨਾਂ ਦੀ ਜਿਹੜੀ ਜਨਰੇਸ਼ਨ ਹੈਗੀਆਂ, ਉਹਨਾਂ ਨੂੰ ਕਿਉਂਕਿ ਉਹ ਪ੍ਰੋਫਟ ਮੁਹੰਮਦ ਦੇ ਨਾਲ ਕਿਤੇ ਨਾ ਕਿਤੇ ਬਲੱਡ ਰਿਲੇਸ਼ਨ ਵਿੱਚ ਆ ਜਾਂਦੇ ਨੇ, ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਉਹਨਾਂ ਨੂੰ ਸੈਯਦ ਕਹਿੰਦੇ ਨੇ। ਔਰ ਉਹਨਾਂ ਦੇ ਕੀ ਕਰਦੇ ਆਪਾਂ, ਉਹਨਾਂ ਨੂੰ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਧਾਰਮਿਕ ਨੌਲੇਜ ਵੀ ਬਹੁਤ ਚੰਗੀ ਹੋਏਗੀ ਔਰ ਉਹਨਾਂ ਨੂੰ ਜਿਹੜਾ ਸੀਗਾ ਅਸੀਂ ਲੀਡਰ ਮੰਨ ਕੇ ਚੱਲਦੇ ਨੇ। ਮੁਸਲਮਾਨਾਂ ਦੇ ਵਿੱਚ ਇਸ ਚੀਜ਼ ਨੂੰ ਮੰਨਿਆ ਜਾਂਦਾ। ਸੋ ਦੂਜੇ ਨੰਬਰ ਦੇ ਉੱਤੇ ਕੌਣ ਆ ਗਏ, ਉਹ ਉਲੇਮਾ ਤੇ ਸੈਯਦ ਆ ਗਏ। ਸੋ ਉਹ ਧਾਰਮਿਕ ਮਾਮਲਿਆਂ ਦੇ ਵਿਦਵਾਨ ਹੈਗੇ ਨੇ ਇਹ। ਔਰ ਜਿਵੇਂ ਤਾਂ ਬੀਬੀ ਫਾਤਿਮਾ, ਉਹ ਪੈਗੰਬਰ ਮੁਹੰਮਦ ਦੇ ਉਹਨਾਂ ਦੇ ਵੰਸ਼ਜ ਦੇ ਵਿੱਚੋਂ ਸੀਗੇ ਔਰ ਸਮਾਜ ਵਿੱਚ ਉਹਨਾਂ ਦਾ ਉੱਚਾ ਜਿਹੜਾ ਸੀਗਾ ਦਰਜਾ ਮੰਨਿਆ ਜਾਂਦਾ ਸੀਗਾ। ਮੁਸਲਿਮ ਕਾਨੂੰਨਾਂ ਦਾ ਅਤੇ ਅਰਬੀ ਦਾ ਤੇ ਇਹਨਾਂ ਸਾਰੇ ਚੀਜ਼ਾਂ ਦਾ ਉਹਨਾਂ ਨੂੰ ਜਿਹੜਾ ਸੀਗਾ ਚੰਗੇ ਤਰੀਕੇ ਨਾਲ ਗਿਆਨ ਹੁੰਦਾ ਸੀਗਾ। ਸੋ ਸ਼ੇਖ, ਮੁੱਲਾ, ਕਾਜ਼ੀ, ਇਹ ਸਾਰੇ ਇਸੇ ਕੈਟੇਗਰੀ 'ਚ ਆ ਜਾਂਦੇ ਨੇ। ਸ਼ੇਖ, ਮੁੱਲਾ, ਕਾਜ਼ੀ ਸਾਰੇ ਇਸੇ ਕੈਟੇਗਰੀ 'ਚ ਆ ਜਾਂਦੇ ਨੇ। ਹੁਣ ਤੀਜੀ ਕੈਟੇਗਰੀ ਕਿਹੜੀ ਹੈ, ਉਹ ਮੱਧ ਵਰਗ, ਜਿਹਦੇ 'ਚ ਕਿ ਸਰਕਾਰੀ ਜਿਹੜੇ ਕਿ ਇਹਨਾਂ ਦੇ ਕੋਲ ਕੰਮ ਕਰਦੇ ਨੇ, ਸਰਕਾਰੀ ਖਜ਼ਾਨਿਆਂ ਦੇ ਵਿੱਚ ਕੰਮ ਕਰਦੇ ਨੇ, ਸਰਕਾਰ ਦੇ ਕੋਲ ਕੰਮ ਕਰਦੇ ਨੇ, ਰਾਜੇ ਮਹਾਰਾਜੇ ਦੀ ਨੌਕਰੀ ਕਰਦੇ ਨੇ, ਉਹਨਾਂ ਨੂੰ ਮੱਧ ਵਰਗ ਕਹਿ ਦਿੱਤਾ। ਔਰ ਚੌਥਾ ਵਰਗ ਕਿਹੜਾ ਸੀਗਾ ਇੱਥੇ ਨੀਚੇ ਲੁਕਿਆ ਹੋਇਆ ਹੈ, ਉਹਨੂੰ ਕਿਹਾ ਜਾਂਦਾ ਸੀ ਗੁਲਾਮ। ਉਹਨੂੰ ਕੀ ਕਿਹਾ ਜਾਂਦਾ ਸੀਗਾ, ਉਹਨਾਂ ਨੂੰ ਗੁਲਾਮ ਕਿਹਾ ਜਾਂਦਾ ਸੀਗਾ। ਔਰ ਆਮ ਤੌਰ ਤੇ ਜਿਹੜਾ ਨੂੰ ਬੇਸਿਕਲੀ ਇਹ ਜ਼ਿਆਦਾ ਹੀਜੜੇ ਲੋਕ ਹੋਇਆ ਕਰਦੇ ਸੀਗੇ, ਜ਼ਿਆਦਾ ਇਹ ਹੀਜੜੇ ਲੋਕ ਹੋਇਆ ਕਰਦੇ ਸੀਗੇ, ਜਾਂ ਉਹ ਲੋਕੀ ਜਿਹਨਾਂ ਨੂੰ ਕਿਸੇ ਵੇਲੇ ਬੰਦੀ ਬਣਾਇਆ ਹੋਵੇ, ਉਹਨਾਂ ਨੂੰ ਜਿਹੜਾ ਸੀਗਾ ਗੁਲਾਮ ਕਿਹਾ ਜਾਂਦਾ ਸੀਗਾ। ਸੋ ਇਹ 4 ਕਲਾਸਿਸ ਸੀਗੀਆਂ ਮੁਸਲਿਮ ਕੈਟੇਗਰੀ ਦੇ ਵਿੱਚ। ਅਗਲਾ ਅਸੀਂ ਦੇਖਦੇ ਹਾਂ ਫੂਡ ਹੈਬਿਟਸ। ਇਹ ਵੀ ਆਪਾਂ ਪੰਜਾਬੀ ਵਾਲੀ ਸਲਾਈਡ ਲੈ ਲੈਂਦੇ ਹਾਂ ਇੱਥੇ। ਇਹ ਖਾਣ ਪੀਣ ਦੀ ਆਦਤਾਂ, ਬੇਸਿਕਲੀ ਨੌਨ ਵੈਜੀਟੇਰੀਅਨ, ਮਾਸਾਹਾਰੀ ਸੀਗੇ ਇਹ। ਸ਼ਰਬਤ, ਸਮੋਸਾ, ਬਿਰਿਆਨੀ, ਪੁਲਾਓ, ਤਲੀਆਂ ਹੋਈਆਂ ਚੀਜ਼ਾਂ, ਇਹ ਸਾਰੀਆਂ ਜਿਹੜੇ ਸੀਗੇ ਇਹ ਬਾਹਰੋਂ ਆਈਆਂ ਨੇ ਤੇ ਇਹ
ਆਪਾਂ ਕਹਿ ਸਕਦੇ ਹਾਂ ਕਿ ਅਫਗਾਨ ਤੇ ਮੁਸਲਿਮ ਜਿਹੜੇ ਸੀਗੇ ਇਹ ਬਾਹਰੋਂ ਲੈ ਕੇ ਆਏ ਨੇ। ਪਹਿਰਾਵੇ ਦੇ ਵਿੱਚ ਬਲਾਊਜ਼, ਘੱਗਰਾ, ਕੁੜਤਾ, ਜੁੱਤੀ, ਪੱਗ ਨੂੰ ਚੀਰਾ ਵੀ ਕਿਹਾ ਜਾਂਦਾ ਸੀ। ਪੱਗ ਨੂੰ ਕੀ ਕਿਹਾ ਜਾਂਦਾ ਸੀਗਾ? ਚੀਰਾ ਵੀ ਕਿਹਾ ਜਾਂਦਾ ਸੀਗਾ। ਔਰ ਪੱਗਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਥੇ ਪਹਿਲਾਂ ਇਹ ਚੀਜ਼ ਦੇਖੀ ਤੁਸੀਂ, ਇਹਨੂੰ ਕੀ ਕਿਹਾ ਜਾਂਦਾ ਸੀ? ਇਹਨੂੰ ਤੁਰਰਾ ਕਿਹਾ ਜਾਂਦਾ ਸੀਗਾ। ਤੁਰਰਾ, ਠੀਕ ਹੈ ਜੀ। ਤੁਰਲਾ ਵੀ ਕਹਿ ਦਿੰਦੇ ਸੀਗੇ, ਪੰਜਾਬੀ ਦੇ ਤੁਰਲਾ ਕਹਿੰਦੇ, ਹਿੰਦੀ ਤੁਰਰਾ ਕਹਿ ਦਿੰਦੇ ਸੀ, ਆਪਾਂ ਉਰਦੂ ਤੁਰਰਾ ਕਹਿ ਦਿੰਦੇ ਸੀਗੇ। ਸੋ ਇਹ ਜਿਹੜਾ ਸੀਗਾ ਤੁਰਲਾ ਜਿਹੜਾ ਸੀਗਾ, ਇਹ ਵੀ ਮਤਲਬ ਕਿ ਪੱਗ ਦੇ ਵਿੱਚ ਹੁੰਦਾ ਸੀਗਾ। ਔਰ ਪਿੱਛੇ ਜਿਹੜਾ ਸੀਗਾ ਉਹਨੂੰ ਲੜ ਛੱਡਿਆ ਹੁੰਦਾ ਸੀਗਾ। ਆਪਾਂ ਦੇਖਦੇ ਹਾਂ ਕਈ ਵਾਰ ਇੱਥੇ ਇਹ, ਠੀਕ ਹੈ ਜੀ, ਇਹ ਜਿਵੇਂ ਪਿੱਛੇ ਲੜ ਛੱਡਿਆ ਹੋਇਆ ਇੱਥੇ ਇਹ, ਠੀਕ ਹੈ ਜੀ, ਇਹ ਪਿੱਛੇ ਲੜ ਛੱਡਿਆ ਹੋਇਆ ਸੀਗਾ, ਪਿੱਛੇ ਇਹ ਆ ਤੁਸੀਂ ਦੇਖੋ ਪਿੱਛੇ ਲੜ ਛੱਡਿਆ ਹੈ ਪੱਗਾਂ ਦੇ ਵਿੱਚ ਇਹ। ਸੋ ਇਹਨੂੰ ਜਮਲਾ ਵੀ ਕਹਿ ਦਿੰਦੇ ਸੀ ਜਾਂ ਪੱਲਾ ਵੀ ਕਹਿ ਦਿੰਦੇ ਸੀਗੇ, ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਸੀਗਾ, ਕਿਉਂਕਿ ਇਹ ਸਵਾਲ ਨੇ ਕਿਤੇ ਨਾ ਕਿਤੇ ਕੋਈ ਸੋਸ਼ਲ ਐਂਡ ਕਲਚਰ ਪੁੱਛਿਆ ਹੋਇਆ ਉਸ ਜ਼ਮਾਨੇ ਦਾ, ਤਾਂ ਇਸ ਕਰਕੇ ਮੈਂ ਤੁਹਾਨੂੰ ਇਹ ਸਾਰੀ ਚੀਜ਼ਾਂ ਦੱਸ ਰਿਹਾ ਕਿ ਪੱਗ ਨੂੰ ਚੀਰਾ ਵੀ ਕਹਿੰਦੇ ਸੀਗੇ। ਔਰ ਉਹਦੇ ਚ ਜਿਹੜਾ ਸੀਗਾ ਆਪਾਂ ਦੇਖਦੇ ਹਾਂ ਕਿ ਤੁਰਲਾ ਵੀ ਹੁੰਦਾ ਸੀਗਾ, ਇਹ ਜਮਲਾ ਵੀ ਹੁੰਦਾ ਸੀਗਾ, ਪੱਲਾ ਵੀ ਹੁੰਦਾ ਸੀਗਾ। ਔਰ ਗੁਲਾਮ ਜਿਹੜੇ ਸੀਗੇ ਉਹ ਕਮਰਾਂ ਦੇ ਉੱਤੇ ਪੱਟੀ ਬੰਨ੍ਹ ਕੇ ਰੱਖਦੇ ਸੀਗੇ, ਲਾਲ ਜੁੱਤੀ ਪਾਉਂਦੇ ਸੀਗੇ ਤਾਂ ਕਿ ਪਛਾਣ ਰਹੇ ਉਹਨਾਂ ਦੀ। ਔਰ ਜੇਬ ਚ ਹਮੇਸ਼ਾ ਰੁਮਾਲ ਰੱਖਦੇ ਸੀਗੇ ਔਰ ਸਿਰ ਦੇ ਉੱਤੇ ਕੁੱਲਾ ਰੱਖਦੇ ਸੀਗੇ ਉਹ, ਠੀਕ ਹੈ ਜੀ। ਸੂਫੀ ਜਿਹੜੇ ਸੀਗੇ ਉਹ ਢਿੱਲੇ ਕੱਪੜੇ ਪਾ ਕੇ ਰੱਖਦੇ ਸੀਗੇ। ਮਨੋਰੰਜਨ ਦੇ ਵਿੱਚ ਉਹ ਆਪਣਾ ਸ਼ਤਰੰਜ, ਚੌਸਰ ਖੇਡਦੇ ਸੀਗੇ, ਘੋੜਸਵਾਰੀ ਕਰਦੇ ਸੀ ਜਾਂ ਜੂਆ ਖੇਡਦੇ ਸੀਗੇ। ਸੋ ਇਸ ਤਰੀਕੇ ਨਾਲ ਜਿਹੜਾ ਸੀ ਮੁਸਲਿਮ ਸੁਸਾਇਟੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੀ ਪ੍ਰੋਮੀਨੈਂਟ ਸੀਗੀਆਂ। ਜੇ ਆਪਾਂ ਹਿੰਦੂ ਸੁਸਾਇਟੀ ਦੀ ਗੱਲ ਕਰੀਏ ਇੱਥੇ ਇਹ, ਠੀਕ ਹੈ ਜੀ, ਤਾਂ ਹਿੰਦੂ ਸੁਸਾਇਟੀ ਦੇ ਵਿੱਚ ਆਪਾਂ ਦੇਖਦੇ ਕਿ ਇਹ 4 ਵਰਨਾਂ 'ਚ ਵੰਡਿਆ ਹੋਇਆ ਸੀਗਾ, ਹੁਣ ਵੀ ਵੰਡਿਆ ਹੋਇਆ, ਬਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇਹਦੇ ਬਾਰੇ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਪਤਾ ਹੀ ਹੈ ਇਹਦੇ ਬਾਰੇ ਇਹ, ਠੀਕ ਹੈ ਜੀ। ਔਰ ਸੁਸਾਇਟੀ ਦੇ ਵਿੱਚ ਆਪਾਂ ਦੇਖਦੇ ਹਾਂ ਕਿਉਂਕਿ ਰਾਜ ਮੁਸਲਮਾਨਾਂ ਦਾ ਸੀਗਾ ਤੇ ਵਰਤਾਓ ਜਿਹੜਾ ਸੀਗਾ ਡੈਫੀਨੇਟਲੀ ਕਿਤੇ ਨਾ ਕਿਤੇ ਪ੍ਰੋ ਮੁਸਲਿਮ ਰਿਹਾ ਉਸ ਵੇਲੇ ਡੈਫੀਨੇਟਲੀ ਹੁੰਦਾ ਸੀਗਾ। ਤਾਂ ਇਸ ਕਰਕੇ ਜਿਹੜਾ ਸੀਗਾ ਖਾਸ ਤੌਰ ਤੇ ਅਫਗਾਨ ਰੂਲ ਜਿਹੜਾ ਕਿ ਪਹਿਲਾਂ ਗੌਰੀ, ਗਜ਼ਨੀ ਦੇ ਆਏ, ਫਿਰ ਗੌਰੀ ਆਇਆ ਤੇ ਫਿਰ ਸਲੇਵ ਡਾਇਨੈਸਟੀਜ਼ ਆਈਆਂ। ਉਸ ਵੇਲੇ ਫਰਕ ਕੋਈ ਜ਼ਿਆਦਾ ਕੀਤੇ ਜਾਂਦੇ ਸੀਗੇ। ਮੁਗਲਾਂ ਦੇ ਟਾਈਮ ਦੇ ਉੱਤੇ ਥੋੜਾ ਜਿਹਾ, ਖਾਸ ਤੌਰ ਤੇ ਅਕਬਰ ਦੇ ਟਾਈਮ ਦੇ ਉੱਤੇ ਜਿਹੜਾ ਸੀਗਾ ਕੁਝ ਰਾਹਤ ਮਿਲੀ ਸੀਗੀ। ਔਰ ਇਹ ਰਾਹਤ ਜਿਹੜੀ ਸੀ ਅੱਗੇ ਥੋੜੇ ਜਿਹੇ ਟਾਈਮ ਹੋਰ ਕਾਇਮ ਰਹੀ, ਪਰ ਜਹਾਂਗੀਰ ਦੇ ਟਾਈਮ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਦੁਬਾਰਾ ਹਿੰਦੂਆਂ ਦੇ ਉੱਤੇ ਜਿਹੜੇ ਅਤਿਆਚਾਰ ਹੋਣੇ ਸ਼ੁਰੂ ਹੋ ਗਏ ਸੀਗੇ। ਸੋ ਕਿਤੇ ਨਾ ਕਿਤੇ ਅਫਗਾਨ ਟਾਈਮ ਦੇ ਉੱਤੇ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਸਖਤੀਆਂ ਸੀਗੀਆਂ। ਮੁਗਲ ਟਾਈਮ ਦੇ ਥੋੜਾ ਟਾਈਮ ਕਿਤੇ ਨਾ ਕਿਤੇ ਜਿਹੜਾ ਸੀ ਆਪਾਂ ਦੇਖਦੇ ਹਾਂ ਕਿਤੇ ਥੋੜਾ ਜਿਹਾ ਠਹਿਰਾਓ ਇਹਨਾਂ ਦੇ ਵਿੱਚ ਆਇਆ ਸੀਗਾ। ਇਹ ਪੰਜਾਬੀ ਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੋਈ ਹੈ, ਠੀਕ ਹੈ ਜੀ। ਫੂਡ ਹੈਬਿਟਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਖਾਣਾ ਪੀਣਾ ਖਿਚੜੀ, ਸਾਦਾ ਭੋਜਨ, ਦਾਲ ਔਰ ਸ਼ਾਕਾਹਾਰੀ, ਨਾਨ ਵੈਜ ਨਹੀਂ ਸੀ ਹੁੰਦੇ ਜੀ ਇਹ। ਪਹਿਰਾਵੇ ਦੇ ਸਲਵਾਰ, ਕਮੀਜ਼, ਦੁਪੱਟਾ, ਸਾੜੀ, ਮੋਸਟਲੀ ਸਾੜੀ ਜਨਾਨੀਆਂ ਸਾੜੀ ਪਾਉਂਦੀਆਂ ਸੀਗੀਆਂ। ਔਰ ਕੁੜਤੇ, ਨੰਗੇ ਪੈਰ ਹੁੰਦੇ ਸੀਗੇ ਕਿਉਂਕਿ ਜੁੱਤੀਆਂ ਕਿੱਥੇ ਹੁੰਦੀਆਂ ਸੀ ਉਸ ਵੇਲੇ। ਔਰ ਧੋਤੀਆਂ ਬੰਨਦੇ ਸੀਗੇ। ਬ੍ਰਾਹਮਣ ਜਿਹੜੇ ਸੀਗੇ ਉਹ ਬਾਰਡਰ ਵਾਲੀ ਧੋਤੀ ਪਾਉਂਦੇ ਸੀਗੇ। ਖਾਸ ਤੌਰ ਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਗੋਲਡਨ ਬਾਰਡਰ ਹੁੰਦਾ ਸੀਗਾ ਉਹਨਾਂ ਦਾ। ਤਿਲਕ ਲਗਾਉਣਾ ਉਹ ਵੀ ਹੁੰਦਾ ਸੀਗਾ। ਸਾਧੂਆਂ ਦਾ ਜਿਹੜਾ ਸੀਗਾ ਉਹ ਹਿਰਨ ਦੀ ਚਮੜੀ ਜਿਹੜੀ ਸੀਗੀ ਉਹਦੇ ਉੱਤੇ ਜਿਹੜਾ ਸੀਗਾ ਉਹਨਾਂ ਦੇ ਮੋਸਟਲੀ ਸਿੰਘਾਸਨ ਲੱਗਦੇ ਸੀਗੇ। ਔਰ ਲੰਗੋਟ ਜਾਂ ਕਾਸਾ ਜਿਹੜਾ ਸੀਗਾ ਉਹ ਵੀ ਨਾਲ ਰੱਖਦੇ ਸੀਗੇ। ਮਨੋਰੰਜਨ ਦੇ ਵਿੱਚ ਜੂਆ ਔਰ ਇਹਨਾਂ ਚੀਜ਼ਾਂ ਦਾ ਜਿਹੜਾ ਸੀਗਾ ਇਸਤੇਮਾਲ ਹੋਇਆ ਕਰਦਾ ਸੀ। ਸੋ ਇਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਇਹ ਹਿੰਦੂ ਸੁਸਾਇਟੀ ਦੇ ਵਿੱਚ ਜਿਹੜੀ ਸੀ ਉਸ ਵੇਲੇ ਦੀਆਂ ਆਦਤਾਂ ਉਹ ਚੱਲ ਰਹੀਆਂ ਸੀਗੀਆਂ, ਭੋਜਨ ਦੀਆਂ ਆਦਤਾਂ, ਠੀਕ ਹੈ ਜੀ। ਸੋ ਹੋਰ ਆਪਾਂ ਦੇ ਜਾਤ ਪਾਤ ਇਹ ਤਾਂ ਹੈਗੀ ਸੀ ਕਾਫੀ ਜ਼ਿਆਦਾ ਸੀ ਉਸ ਵੇਲੇ। ਇਹ ਜਿਹੜੇ ਸ਼ਡਿਊਲ ਕਾਸਟ ਸੀਗੇ ਉਹ ਮੀਟ ਵਗੈਰਾ ਜਿਹੜਾ ਸੀਗਾ ਉਹ ਮਾਸ ਵਗੈਰਾ ਖਾ ਲੈਂਦੇ ਸੀ, ਬੀਫ ਵੀ ਖਾ ਲੈਂਦੇ ਸੀਗੇ, ਉਹ ਨਾਨ ਵੈਜੀਟੇਰੀਅਨ ਹੋਇਆ ਕਰਦੇ ਸੀਗੇ। ਔਰ ਮੁਗਲਾਂ ਨੇ ਭਾਰਤ ਦੀ ਬਹੁਤ ਸਾਰੀਆਂ ਨਵੀਆਂ ਰਸੋਈ ਪਰੰਪਰਾਵਾਂ ਪੇਸ਼ ਕੀਤੀਆਂ, ਜਿਵੇਂ ਤੁਸੀਂ ਕਿ ਬਿਰਿਆਨੀ ਹੋ ਗਿਆ, ਸ਼ਰਬਤ ਹੋ ਗਿਆ, ਸਮੋਸੇ ਹੋ ਗਏ। ਇਹ ਸਾਰੀ ਜਿਹੜੀ ਇੰਟਰੋਡਕਸ਼ਨ ਹੈਗੀ ਇਹ ਬਾਹਰੋਂ ਆਈ ਹੈ ਜਾਂ ਆਪਾਂ ਕਹਿ ਸਕਦੇ ਕਿ ਮੁਸਲਿਮ ਸਮਾਜ ਤੋਂ ਆਪਾਂ ਨੂੰ ਇਹ ਚੀਜ਼ਾਂ ਮਿਲੀਆਂ ਨੇ। ਹਾਂਜੀ, ਮਨੋਰੰਜਨ ਦੇ ਸਰੋਤ ਸੰਗੀਤ, ਡਾਂਸ, ਥੀਏਟਰ, ਕਹਾਣੀ ਸੁਣਾਉਣ ਦੇ। ਪੁਰਾਣੇ ਜ਼ਮਾਨੇ 'ਚ ਕਹਾਣੀਆਂ ਜਿਹੜੀਆਂ ਸੀਗੀਆਂ ਆਮ ਤੌਰ ਤੇ ਸੁਣਾਉਣ ਦਾ ਰਿਵਾਜ ਹੁੰਦਾ ਸੀਗਾ। ਮੁਗਲ ਦਰਬਾਰ ਦੇ ਵਿੱਚ ਵੀ ਜਿਹੜਾ ਸੀਗਾ ਆਪਾਂ ਦੇਖਦੇ ਹਾਂ ਕਿ ਚੰਗੇ ਜਿਹੜੇ ਸੀਗੇ ਸੰਗੀਤਕ ਜਿਹੜੇ ਸੀਗੇ ਉਹਨਾਂ ਟਾਈਮ ਦੇ ਵਿੱਚ ਹੋਏ ਨੇ। ਆਪਾਂ ਤਾਨਸੇਨ ਦੀ ਗੱਲ ਕਰ ਲਈਏ, ਹੋਰ ਚੰਗੇ ਜਿਹੜੇ ਸੀਗੇ ਉਹਨਾਂ ਦੇ ਟਾਈਮ ਦੇ ਵਿੱਚ ਹੋਏ ਨੇ। ਔਰ ਉਸ ਵੇਲੇ ਮੇਲੇ ਵਗੈਰਾ ਜਿਹੜੇ ਸੀਗੇ ਉਹ ਵੀ ਖਾਸ ਤੌਰ ਤੇ ਮਨਾਏ ਜਾਂਦੇ ਸੀਗੇ। ਸੋ ਇਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਉਸ ਵੇਲੇ ਦਾ ਇਹ ਕਲਚਰ ਸੀ। ਇਹਦੇ ਬੇਸਿਸ ਦੇ ਉੱਤੇ ਜਿੰਨੇ ਕਿ MCQs ਵਗੈਰਾ ਹੈਗੇ ਨੇ ਉਹਨਾਂ ਚੀਜ਼ਾਂ ਨੂੰ ਵੀ ਆਪਾਂ ਡਿਸਕਸ ਕਰਾਂਗੇ, ਠੀਕ ਹੈ ਜੀ। ਇਹ ਧਾਰਮਿਕ ਪੱਖ ਦੇ ਵਿੱਚ ਆਪਾਂ ਦੇਖੀਏ ਹਿੰਦੂਆਂ ਦੇ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਆਮ ਸੀਗੀ, ਪਵਿੱਤਰ ਸਥਾਨਾਂ ਤੇ ਤੀਰਥਾਂ ਦੀ ਯਾਤਰਾ ਆਮ ਸੀਗੀ, ਰਸਮਾਂ ਤੇ ਰੀਤੀ ਰਿਵਾਜ ਬਹੁਤ ਜ਼ਿਆਦਾ ਸੀਗੇ। ਆਰਕੀਟੈਕਚਰ ਦੇ ਵਿੱਚ ਇਹ ਮੁਸਲਿਮ ਜਿੰਨਾ ਵੀ ਟੌਮ ਸਟਰਕਚਰ ਤੁਸੀਂ ਦੇਖਦੇ ਹੋ, ਇਹ ਜਿਹੜੇ ਕਿ ਗੁਲਾਈ ਵਾਲੇ ਜਿੰਨੇ ਵੀ ਤੁਹਾਨੂੰ ਚੀਜ਼ਾਂ ਬਣੀਆਂ ਹੋਈਆਂ ਨੇ ਇਹ ਆਪਾਂ ਇਸ ਤਰ੍ਹਾਂ ਦੇਖਦੇ ਹਾਂ, ਇਹ ਸਾਰਾ ਮੁਸਲਿਮ ਆਰਕੀਟੈਕਚਰ ਹੈ। ਔਰ ਇਸੇ ਤਰੀਕੇ ਨਾਲ ਆਪਾਂ ਕਈ ਵਾਰ ਅੰਦਾਜ਼ਾ ਲਗਾਉਂਦੇ ਹਾਂ ਜਿੱਥੇ ਵੀ ਆਪਾਂ ਕੋਈ ਚੀਜ਼ ਇਸ ਤਰ੍ਹਾਂ ਦੇਖਦੇ ਹਾਂ, ਕਹਿੰਦੇ ਕਿ ਦਿਸ ਇਜ਼ ਦਾ ਟਾਈਮ ਜਿਹੜਾ ਕਿ ਮੁਗਲ ਟਾਈਮ ਹਿੰਦੁਸਤਾਨ 'ਚ ਸ਼ੁਰੂ ਹੋਇਆ, ਕਿਉਂਕਿ ਉਸ ਤੋਂ ਪਹਿਲਾਂ ਜਿੰਨੇ ਵੀ ਮੰਦਿਰ ਤੁਹਾਡੇ ਕੋਲ ਤੁਸੀਂ ਦੇਖਦੇ ਹੋ ਦੇ ਆਰ ਇਨ ਦਿਸ ਪਾਰਟੀਕੂਲਰ ਸ਼ੇਪ। ਪਰ ਜਦੋਂ ਤੋਂ ਇਹ ਵਾਲੀ ਚੀਜ਼ ਆਣੀ ਸ਼ੁਰੂ ਹੋਈ ਹੈ ਦੈਟ ਮੀਨਸ ਇਹ ਮੁਗਲ ਟਾਈਮ ਦੇ ਉੱਤੇ ਹਿੰਦੁਸਤਾਨ 'ਚ ਆਉਣਾ ਸ਼ੁਰੂ ਹੋਇਆ। ਸੋ ਆਰਕੀਟੈਕਚਰ ਦੇ ਵਿੱਚ ਜਿਹੜਾ ਸੀਗਾ ਬਦਲਾਅ ਆਇਆ ਉਹ ਮੁਗਲ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਉਸ ਵੇਲੇ ਬਦਲਾਅ ਆਏ ਨੇ ਇਹ, ਠੀਕ ਹੈ ਜੀ।
ਸੋ ਇੱਕ ਦੋ ਕੁਐਸਚਨ ਕਰਕੇ ਜਿਹੜਾ ਸੀਗਾ ਅੱਜ ਦੀ ਸਲਾਈਡ ਖਤਮ ਕਰਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਫਿਰ ਹੋਰ ਚੀਜ਼ਾਂ ਸ਼ੁਰੂ ਕਰਾਂਗੇ। ਮੁਸਲਿਮ ਸਮਾਜ ਵਿੱਚ ਗੁਲਾਮ ਕੌਣ ਸੀਗੇ? ਠੀਕ ਹੈ ਜੀ, ਉਲੇਮਾ, ਸੈयद, ਅਮੀਰ, ਸਰਦਾਰ, ਮਧਵਕ, ਹੀਜੜੇ, ਇਹ ਮੈਂ ਤੁਹਾਨੂੰ ਦੱਸਿਆ ਸੀਗਾ। ਹੀਜੜੇ ਦੇ ਵਰਗ ਦਾ ਉਹਨਾਂ ਨੂੰ ਗੁਲਾਮ ਕਿਹਾ ਜਾਂਦਾ ਸੀਗਾ। ਮੁਸਲਿਮ ਸਮਾਜ ਵਿੱਚ ਉਲੇਮਾ ਤੇ ਸੈयद ਕੌਣ ਸਨ? ਜ਼ਮੀਨਾਂ ਤੇ ਕੰਟਰੋਲ ਰੱਖਣ ਵਾਲੇ ਉੱਚ ਜਾਤੀ ਦੇ ਵਿਅਕਤੀ, ਸਰਕਾਰੀ ਕਰਮਚਾਰੀ, ਅਰਬੀ ਅਤੇ ਧਾਰਮਿਕ ਮਾਮਲਿਆਂ ਦੇ ਵਿਦਵਾਨ ਜਾਂ ਗੁਲਾਮ? ਸੋ ਇਹਦਾ ਜਵਾਬ ਕੀ ਹੈ ਤੁਹਾਡਾ? ਇਹ ਅਰਬੀ ਅਤੇ ਧਾਰਮਿਕ ਮਾਮਲਿਆਂ ਦੇ ਵਿਦਵਾਨ, ਉਹਨਾਂ ਨੂੰ ਕੀ ਕਿਹਾ ਜਾਂਦਾ ਸੀਗਾ? ਉਹਨਾਂ ਨੂੰ ਉਲੇਮਾ ਤੇ ਸੈयद ਕਿਹਾ ਜਾਂਦਾ ਸੀਗਾ। ਸੋ ਮੈਂ ਤੁਹਾਨੂੰ ਕੁਝ ਕੁਐਸਚਨ ਦਾ ਇੱਥੇ ਇਨਫੋਰਮੇਸ਼ਨ ਦੱਸੀ ਹੈ। ਇਸੇ ਤਰੀਕੇ ਨਾਲ ਬਹੁਤ ਸਾਰੇ ਕੁਐਸਚਨ ਆਪਾਂ ਨੂੰ ਜਿਹੜੇ ਸੀਗੇ ਇਹਦੇ ਬਾਰੇ ਕਰਨੇ ਪੈਣੇ ਨੇ। ਕਿਉਂ? ਕਿਉਂਕਿ ਅਸੀਂ ਦੇਖਦੇ ਹਾਂ ਕਿ ਇਹ ਸਿਲੇਬਸ ਦੇ ਵਿੱਚ ਜਿਹੜੀ ਚੇਂਜ ਆਈ ਹੈ, ਉਸ ਚੀਜ਼ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਆਪਾਂ ਨੂੰ ਥੋੜੀ ਬਹੁਤੀ ਤਿਆਰੀਆਂ ਹੋਰ ਕਰਨੀਆਂ ਪੈਣੀਆਂ ਨੇ। ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਕੋਸ਼ਿਸ਼ ਕੀਤੀ ਜਾਏਗੀ ਜ਼ਿਆਦਾ ਤੋਂ ਜ਼ਿਆਦਾ ਦਿੱਤੀ ਜਾਵੇ। ਥੈਂਕ ਯੂ।